ਸਤਿ ਸ਼੍ਰੀ ਅਕਾਲ। ਤੁਸੀਂ ਜਸ ਟੀਵੀ ਨਾਲ ਜੁੜ ਚੁੱਕੇ ਹੋ। ਇਸ ਵਕਤ ਤੁਹਾਨੂੰ ਪਤਾ ਕਿ ਅਸੀਂ ਵਕਤ ਬਾ ਵਕਤ ਤੁਹਾਨੂੰ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਜਿਹੜਾ ਹੈ ਉਸ ਦੀਆਂ ਤਸਵੀਰਾਂ ਵਿਖਾਉਂਦੇ ਰਹਿੰਦੇ ਹਾਂ। ਵੱਖ-ਵੱਖ ਪਹਿਲੂ ਤੁਹਾਡੇ ਸਾਹਮਣੇ ਰੱਖਦੇ ਹਾਂ। ਇਹ ਪਹਿਲੂ ਇਸ ਕਰਕੇ ਰੱਖਣੇ ਜ਼ਰੂਰੀ ਹੁੰਦੇ ਆ ਕਿਉਂਕਿ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿੰਦੇ ਹਾਂ। ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਤੇ ਸਰਕਾਰਾਂ ਦੇ ਫਰਜ਼ ਬਹੁਤ ਵੱਡੇ ਹੁੰਦੇ ਆ, ਪਰ ਜਦੋਂ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਔਰ ਆਪਣੀਆਂ ਫਰਜ਼ਾਂ ਤੋਂ ਭੱਜਦੇ ਨੇ ਤਾਂ ਪ੍ਰਭ ਆਸਰਾ ਵਰਗੀਆਂ ਸੰਸਥਾਵਾਂ ਹੋਂਦ ਦੇ ਵਿੱਚ ਆਉਂਦੀਆਂ ਨੇ, ਜਿਹੜੀਆਂ ਇਹ ਕਹਿੰਦੀਆਂ ਕਿ ਜੇਕਰ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ, ਲਾਵਾਰਿਸ ਜਾਂ ਮੈਂਟਲੀ ਰਿਟਾਇਰਡ ਨਾਗਰਿਕਾਂ ਦੇ ਲਈ ਜਾਂ ਫਿਜ਼ੀਕਲ ਤੌਰ ਦੇ ਉੱਤੇ ਜਿਹੜੇ ਲਾਚਾਰ ਹੋ ਚੁੱਕੇ ਨੇ, ਤਾਂ ਫਿਰ ਅਸੀਂ ਮਨੁੱਖਤਾ ਦੇ ਨਾਤੇ ਅੱਗੇ ਆਉਂਦੇ ਹਾਂ। ਕਿਉਂਕਿ ਸਾਨੂੰ ਗੁਰਬਾਣੀ ਵਾਰ-ਵਾਰ ਇਹ ਕਹਿੰਦੀ ਹੈ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ। ਮਨੁੱਖਤਾ ਦੇ ਲਈ ਸਾਨੂੰ ਜੋ ਕੁਝ ਕਰਨਾ ਚਾਹੀਦਾ ਹੈ ਉਹ ਕਰਨਾ ਪੈਂਦਾ। ਹੁਣ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਤਾਂ ਇਹ ਸੀ ਕਿ ਇਹਨਾਂ ਸੰਸਥਾਵਾਂ ਨੂੰ, ਇਹਨਾਂ ਟਰਸਟਾਂ ਨੂੰ ਹੱਲਾਸ਼ੇਰੀ ਦਿੰਦੀਆਂ, ਕਿਉਂਕਿ ਸਰਕਾਰੀ ਢਾਂਚਾ ਆਪਣੇ ਆਪ ਦੇ ਵਿੱਚ ਖੋਖਲਾ ਹੋ ਚੁੱਕਿਆ। ਸਰਕਾਰੀ ਹਸਪਤਾਲਾਂ ਦੀ ਗੱਲ ਕਰੋ, ਬਹੁਤ ਵੱਡੀਆਂ ਮਤਲਬ ਦਗਮਜੇ ਮਾਰੇ ਜਾ ਰਹੇ ਕਿ ਅਸੀਂ ਦਿੱਲੀ ਮਾਡਲ ਬਣਾ ਦਾਂਗੇ। ਦਿੱਲੀ ਉਹ ਹੈ ਜਿੱਥੇ ਸਭ ਤੋਂ ਵੱਧ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਘਟਨਾਵਾਂ ਸ਼ਰਮਸਾਰ ਕਰਦੀਆਂ ਨੇ। ਦਿੱਲੀ ਜਿੱਥੇ ਸਭ ਤੋਂ ਵੱਧ ਕ੍ਰਾਈਮ ਹੁੰਦਾ। ਸਾਨੂੰ ਪੰਜਾਬ ਦਾ ਮਾਡਲ ਚਾਹੀਦਾ ਕਿਉਂਕਿ ਸਾਡੀ ਧਰਤੀ ਜਿਹੜੀ ਹੈ ਉਹ 10 ਗੁਰੂਆਂ ਦੀ, ਫਕੀਰਾਂ ਦੀ ਧਰਤੀ ਹੈ, ਪੀਰਾਂ ਦੀ ਧਰਤੀ ਹੈ, ਸਾਹਿਬਜ਼ਾਦਿਆਂ ਦੀ ਧਰਤੀ ਹੈ। ਪ੍ਰਭ ਆਸਰਾ ਸੰਸਥਾ ਦਾ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ, ਪਾਣੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ। ਤਸਵੀਰਾਂ ਵੇਖ ਲਿਓ, ਇਹਨਾਂ ਬੱਚਿਆਂ ਦੇ ਵੱਲ ਦੇਖ ਲਿਓ। ਡਾਕਟਰ ਮੁਲਤਾਨੀ ਸਾਡੇ ਨਾਲ ਨੇ। ਡਾਕਟਰ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਕੀ ਹੋਇਆ ਸਰਕਾਰਾਂ ਨੂੰ ਕਿ ਇਹਨਾਂ ਦਾ ਬਿਜਲੀ ਪਾਣੀ ਕੱਟਣ ਦੀ ਨੌਬਤ ਆ ਗਈ? ਦੇਖੋ, ਜਿਸ ਤਰ੍ਹਾਂ ਤੁਸੀਂ ਆਪਣੇ ਹੁਣੇ ਓਪਨਿੰਗ ਰਿਮਾਰਕਸ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਪੰਜਾਬ ਨੂੰ ਪੰਜਾਬ ਮਾਡਲ ਚਾਹੀਦਾ, ਦਿੱਲੀ ਮਾਡਲ ਨਹੀਂ ਚਾਹੀਦਾ ਵਿੱਚ ਜਿਹੜੀ ਹੈਗੀ ਹੈ। ਮੈਂ ਤੁਹਾਡੀ ਇਸ ਗੱਲ ਦੇ ਨਾਲ 100% ਸਹਿਮਤ ਰੱਖਦਾ। ਉਹਦੇ ਨਾਲ ਹੀ ਮੈਂ ਇਹ ਗੱਲ ਜ਼ਰੂਰ ਐਡ ਕਰਾਂਗਾ ਕਿ ਤੁਸੀਂ ਦੇਖੋ, ਇਹ ਜਿਹੜੀ ਹੈਲਥ ਐਂਡ ਐਜੂਕੇਸ਼ਨ, ਇਹ ਸੋਸ਼ਲ ਰਿਸਪੌਂਸਿਬਿਲਿਟੀ ਹੁੰਦੀ ਹੈ ਗਵਰਨਮੈਂਟ ਦੀ। ਇਹਦੇ 'ਤੇ ਕਾਨੂੰਨ ਲਾਗੂ ਨਹੀਂ ਹੁੰਦੇ ਉਹਦੇ ਵਿੱਚ ਜਿਹੜੀ, ਠੀਕ ਹੈ। ਕਾਨੂੰਨ ਲਾਗੂ ਹੋਣ ਵਾਲਾ ਕੋਈ ਹੋਰ ਸਿਸਟਮ ਹੁੰਦਾ, ਪਰ ਇੱਥੇ ਤਾਂ ਇਹ ਹੋਇਆ ਕਿ ਪ੍ਰਭ ਆਸਰਾ ਇੱਕ ਐਸੀ ਇੰਸਟੀਟਿਊਸ਼ਨ ਹੈਗੀ ਹੈ, ਇਹ ਪੰਜਾਬ ਵਿੱਚ ਦੂਜੀ ਜਾਂ ਤੀਜੀ ਇੰਸਟੀਟਿਊਸ਼ਨ ਹੈਗੀ ਹੈ ਜਿੱਥੇ ਬੇਸਹਾਰਾ ਲੋਕਾਂ ਨੂੰ, ਮੈਂਟਲੀ ਰਿਟਾਰਡਡ ਲੋਕਾਂ ਨੂੰ, ਛੋਟੇ ਬੱਚਿਆਂ ਨੂੰ, ਹੈਂਡੀਕੈਪਸ ਨੂੰ ਜਿਹੜਾ ਉਹਨਾਂ ਦੀ ਰੀਹੈਬਿਲਿਟੇਸ਼ਨ ਕੀਤੀ ਜਾਂਦੀ ਹੈ ਵਿੱਚ। ਜਿਸ ਤਰ੍ਹਾਂ ਡਰੱਗ ਐਡਿਕਟਡ ਨੂੰ ਵੀ ਰੀਹੈਬਿਲਿਟੇਸ਼ਨ, ਉਹ ਮਤਲਬ ਕਿਸੇ ਕਿਸਮ ਦਾ ਉਹ ਲੋਕ ਜਿਨ੍ਹਾਂ ਨੂੰ ਜਿਹੜੇ ਬੇਸਹਾਰਾ ਨੇ, ਜਿਨ੍ਹਾਂ ਨੂੰ ਹੋਰ ਕੋਈ ਇੰਸਟੀਟਿਊਸ਼ਨਸ ਨਹੀਂ ਕੰਮ ਕਰਦੀਆਂ। ਔਰ ਆਪਾਂ ਸਾਰਿਆਂ ਨੂੰ ਪਤਾ ਕਿ ਮੈਂ ਆਪ 33 ਸਾਲ ਪੰਜਾਬ ਸਰਕਾਰ ਦੀ ਨੌਕਰੀ ਕੀਤੀ ਹੈ, ਸਿਵਲ ਸਰਜਨ ਰਿਟਾਇਰ ਹੋਇਆ ਮੈਨੇ। ਸਰਕਾਰ ਦੇ ਕੋਲ ਸਰਕਾਰੀ ਹਸਪਤਾਲਾਂ 'ਚ ਹੁੰਦਾ ਕੀ ਹੈ, ਠੀਕ ਹੈ, ਇੱਕ ਮਰੀਜ਼ ਨਹੀਂ ਉਹਨਾਂ ਕੋਲ ਸਾਂਭ ਹੁੰਦਾ। ਇੱਥੇ ਤਾਂ 500 ਤੋਂ ਜ਼ਿਆਦਾ ਜਿਹੜੇ ਹੈਗੇ ਨੇ ਉਹ ਇਨਵੇਟਸ ਨੇ ਜਿਹੜੇ ਕਿ ਰੈਗੂਲਰਲੀ ਆ ਰਹੇ ਨੇ, ਜਾ ਰਹੇ ਨੇ। ਬੜੇ ਸਾਰੇ ਲੋਕ ਜਿਹੜੇ ਰੀਹੈਬਿਲਿਟੇਟ ਹੋ ਕੇ ਇੱਥੋਂ ਨਿਕਲੇ ਆ, ਹੋਰ ਵੀ ਡੇਲੀ ਬੇਸਿਸ 'ਤੇ ਇੱਥੇ ਜਿਹੜੇ ਲੋਕ ਆਉਂਦੇ ਨੇ। ਇਹੋ ਜਿਹੜੀ ਇੰਸਟੀਟਿਊਸ਼ਨ ਦੇ ਵਿੱਚ ਜਿਹੜੀ ਇੰਸਟੀਟਿਊਸ਼ਨ ਸਰਕਾਰੀ ਕੰਮ ਹੁੰਦਾ ਉਸ ਨੂੰ ਅੱਗੇ ਵਧਾ ਰਹੀ ਹੈ, ਉਹਨਾਂ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ ਵਿੱਚ ਜਿਹੜੀ ਹੈਗੀ ਹੈ। ਉਸ ਇੰਸਟੀਟਿਊਸ਼ਨ ਦਾ ਤੁਸੀਂ ਬਿਜਲੀ ਪਾਣੀ ਜਿਹੜਾ ਹੈਗਾ ਕੱਟ ਦੇਣਾ, ਤੁਸੀਂ ਇਹ ਕਿਸ ਕਿਸਮ ਦੀ ਸਿਆਣਪ, ਮੈਂ ਸਿਆਣਪ ਨਾ ਕਹਾਂਗਾ, ਇਹ ਨਿੰਦਣਯੋਗ ਵੀ ਹੈ, ਇਹ ਨਿਕੰਮਾਪਨ ਵੀ ਹੈ। ਕਿ ਇਸ ਦਾ ਮਤਲਬ ਹੈਗਾ ਕਿ ਸਰਕਾਰ ਕੋਲ ਕੋਈ ਵੀ ਪਲੈਨਿੰਗ ਨਹੀਂ ਹੈ ਆਪਣੇ ਜਿਹੜੇ ਸਿਟੀਜ਼ਨਸ ਹੈਗੇ ਨੇ, ਨਾ ਉਹਨਾਂ ਦੀ ਦੇਖ ਰੇਖ ਕਰਨ ਵਾਸਤੇ, ਨਾ ਜਿਹੜੀ ਦੇਖ ਰੇਖ ਕਰ ਰਹੀਆਂ ਇੰਸਟੀਟਿਊਸ਼ਨ ਉਹਨਾਂ ਨੂੰ ਕੋਈ ਸਪੋਰਟ ਕਰਨ ਵਾਸਤੇ ਜਿਹੜੀ ਹੈਗੀ ਹੈ। ਤਾਂ ਇਹਦੇ 'ਚ ਸਰਕਾਰ ਨੂੰ ਬੇਸਿਕਲੀ ਸਪੋਰਟ ਚਾਹੀਦੀ ਹੈ, ਇਸ ਜਿਹੜੇ ਇੰਸਟੀਟਿਊਸ਼ਨ ਨੂੰ ਉਹ ਸਪੋਰਟ ਕਰੇ, ਔਰ ਤਾਂ ਕਿ ਇਹ ਹੋਰ ਅੱਗੇ ਆਉਣ ਵਿੱਚ ਜਿਹੜੀ ਹੈਗੀ ਹੈ, ਨਾ ਕਿ ਉਹਨਾਂ ਨੂੰ ਡਿਸਕਰਜ ਕੀਤਾ ਜਾਵੇ, ਉਹਨਾਂ ਦੇ ਉੱਤੇ ਕਾਨੂੰਨ ਲਾਗੂ ਕੀਤੇ ਜਾਣ। ਇਹ ਗੱਲ ਜਿਹੜੀ ਹੈਗੀ ਹੈ ਕਿਸੇ ਵੀ ਹਾਲ ਦੇ ਵਿੱਚ ਜਾਇਜ਼ ਨਹੀਂ ਹੈ। ਅੱਜ ਜਿਹੜੀ ਇਹ ਕਾਨਫਰੰਸ ਪ੍ਰੈਸ ਦੀ ਕੀਤੀ ਗਈ ਹੈ, ਮੈਂ ਇਸ ਆਸ ਦੇ ਨਾਲ ਕਿ ਸਰਕਾਰ ਲੋਕਾਂ ਦੇ ਜੋ ਇਮੋਸ਼ਨਸ ਨੇ, ਅੱਜ ਬਹੁਤ ਸਾਰੇ ਲੋਕ ਇਕੱਠੇ ਹੋਏ ਹਨ ਇੱਥੇ ਵਿੱਚ, ਕੱਲ੍ਹ ਵੀ ਇਕੱਠੇ ਹੋਏ ਸੀ, ਆਉਣ ਵਾਲੇ ਸਮੇਂ 'ਚ ਵੀ ਇਕੱਠੇ ਹੋਣਗੇ, ਕਿਉਂਕਿ ਲੋਕ ਰਲ ਕੇ ਇਸ ਇੰਸਟੀਟਿਊਸ਼ਨ ਨੂੰ ਚਲਾ ਰਹੇ ਨੇ ਨਾ, ਇਕੱਲੇ ਇਮੋਸ਼ਨਲ ਨਹੀਂ ਹੈ ਲੋਕ। ਇੱਕ ਨੂੰ ਫਰਜ਼ ਬਣ ਕੇ, ਜਾਂ ਜਿਹੜੀ ਸਰਕਾਰ ਆਪਾਂ ਕਹਿੰਦੇ ਹਾਂ ਲੋਕਾਂ ਦੀ ਸਰਕਾਰ ਅਤੇ ਲੋਕਾਂ ਲਈ ਸਰਕਾਰ, ਜਿਹੜੀ ਡੈਮੋਕ੍ਰੇਸੀ ਹੈਗੀ ਉਹਦੇ 'ਚ ਲੋਕ ਪਾਰਟੀਸਪੇਟ ਕਰ ਰਹੇ ਨੇ। ਅਤੇ ਇਹ ਜਿਹੜੀ ਸਰਕਾਰ ਇਨਕਲਾਬ ਦੇ ਨਾਂ 'ਤੇ ਆਈ ਸੀ, ਬਦਲਾਵ ਦੇ ਨਾਂ ਦੇ ਉੱਤੇ ਆਈ ਸੀ, ਉਹ ਸਰਕਾਰ ਇਸ ਤਰ੍ਹਾਂ ਦੇ ਨਿਕੰਮੇ ਕੰਮ ਨਹੀਂ ਕਰ ਸਕਦੀ। ਇਨਕਮ ਦਾ ਲਾਭ ਲੈਣ ਲੱਗ ਗਏ ਜੀ ਇੱਕ ਤਰ੍ਹਾਂ ਦਾ। ਹਾਂ, ਬਿਲਕੁਲ। ਉਹੀ ਮੈਂ ਕਹਿ ਰਿਹਾ ਵੀ ਜਿਹੜਾ ਬਦਲਾਵ ਔਰ ਇਨਕਲਾਬ ਜਿਹੜਾ ਹੈਗਾ ਉਹਦੇ 'ਚੋਂ ਪੈਸੇ ਨਹੀਂ ਕਮਾਏ ਜਾਂਦੇ। ਜਿਵੇਂ ਆਪਾਂ ਕਹਿੰਦੇ ਨਾ, ਹੈਲਥ ਐਂਡ ਐਜੂਕੇਸ਼ਨ ਦੇ ਉੱਤੇ ਫੋਕਸ ਕਰ ਲਏਗਾ, ਤੁਸੀਂ ਪੈਸੇ ਕਮਾਉਣ ਦੀ ਗੱਲ ਨਹੀਂ, ਉਹਨਾਂ ਨੂੰ ਵਧੀਆ ਬਣਾਉਣ ਦੀ ਗੱਲ ਕਰਨੀ ਹੈ। ਇਹ ਇੰਸਟੀਟਿਊਸ਼ਨ ਜਿਹੜੀ ਹੈਗੀ ਹੈ, ਜਿਹੜੀ ਸਰਕਾਰ ਦਾ ਘਾਟਾ ਹੈ ਉਸ ਨੂੰ ਪੂਰਾ ਕਰ ਰਹੀ ਹੈ। ਔਰ ਪਹਿਲਾਂ ਇੰਸਟੀਟਿਊਸ਼ਨ ਬਣੀ ਹੋਈ ਸੀ, ਤੁਸੀਂ ਦੇਖਿਆ ਪਹਿਲਾਂ, ਹੈ ਨਾ, ਹੁਣ ਹਸਪਤਾਲ ਵੀ ਬਣ ਗਿਆ ਵੈਸੇ। ਹਾਂ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਤੇ ਪੈਸੇ ਖਰਚ ਹੁੰਦੇ ਆ। ਇਸ ਤਰ੍ਹਾਂ ਤਾਂ ਹੈ ਨਹੀਂ, ਹਰ ਇੱਕ ਬੰਦਾ ਵਲੰਟੀਅਰ ਤਾਂ ਹੈ ਨਹੀਂ। ਭਾਈ ਸਾਹਿਬ ਨੇ ਆਪਣੀ ਜ਼ਿੰਦਗੀ ਜਿਹੜੀ ਹੈਗੀ ਹੈ ਆਪਣੀ ਸਾਰੀ ਫੈਮਿਲੀ ਦੇ ਨਾਲ ਲੱਗ ਕੇ ਲਗਾਈ ਹੋਈ ਹੈ, ਇਹ ਇੱਕ ਵੱਖਰਾ ਇਸ਼ੂ ਹੈ। ਲੇਕਿਨ ਹਰ ਇੱਕ ਬੰਦਾ ਉੱਥੇ ਵਲੰਟੀਅਰ ਨਹੀਂ ਕਰਦਾ। ਮੈਂ ਹੁਣ ਜਿਵੇਂ ਉੱਥੇ ਡਾਕਟਰ ਹੈਗਾ, ਚਲੋ ਮੈਂ ਵੀ ਉੱਥੇ ਵਲੰਟਰਲੀ ਵਿਜ਼ਿਟ ਕਰਦਾ, ਲੇਕਿਨ ਸਾਡਾ ਬਹੁਤ ਸਾਰਾ ਸਟਾਫ ਹੈ ਜਿਹਨੂੰ ਡਾਕਟਰਸ ਵੀ ਹੈਗੇ, ਸਟਾਫ ਵੀ ਹੈਗੇ, ਜਿਹਨਾਂ ਨੂੰ ਪੇਮੈਂਟ ਕਰਨੀ ਪੈਂਦੀ ਹੈ। ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਇੰਸਟੀਟਿਊਸ਼ਨ ਜਾਂ ਜਿਹੜੇ ਲੋਕ ਹਿੱਤ 'ਚ ਕੰਮ ਕਰ ਰਹੇ ਨੇ, ਉਹਨਾਂ ਦੇ ਉੱਤੇ ਕਾਨੂੰਨਬਾਜ਼ੀ ਲਾਗੂ ਨਾ ਕਰੇ। ਡਾਕਟਰ ਸਾਹਿਬ, ਫਿਰ ਇਹਨਾਂ ਨੇ ਮਤਲਬ ਤਕਨੀਕੀ ਤੌਰ ਦੇ ਉੱਤੇ, ਹਾਲਾਂਕਿ ਤੁਸੀਂ ਉਸ ਵਿਭਾਗ ਦੇ ਵਿੱਚ ਰਹਿ ਕੇ ਆਏ ਹੋ, 33 ਸਾਲ ਤੁਸੀਂ ਸਰਵਿਸ ਕੀਤੀ ਹੈ, ਆਧਾਰ ਕੀ ਬਣਾਇਆ ਇਹਨਾਂ ਨੇ
ਤਕਨੀਕੀ ਤੌਰ ਦੇ ਉੱਤੇ ਕਿ ਇਸ ਨੂੰ ਕਮਰਸ਼ੀਅਲ ਅਦਾਰਾ ਜਾਂ ਇਸ ਬਿਲਡਿੰਗ ਨੂੰ ਕਮਰਸ਼ੀਅਲ ਬਿਲਡਿੰਗ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਆਧਾਰ ਦੇ ਉੱਤੇ ਕੱਟਿਆ? ਨਹੀਂ, ਉਹਦੇ 'ਚ ਦੋ ਤਿੰਨ ਗੱਲਾਂ ਹੋਈਆਂ ਨੇ। ਇਹਨਾਂ ਨੇ ਇਹ ਵਰਡ ਜਿਹੜਾ ਕਮਰਸ਼ੀਅਲ ਇਹਨਾਂ ਦੇ ਯੂਜ਼ ਕਰਨਾ ਸੀ, ਤੇ ਇਹ ਤਾਂ ਬਿਲਕੁਲ ਹੀ ਵੈਸੇ ਨਿਕੰਮਾਪਨ ਹੈ ਸਰਕਾਰ ਦਾ। ਜਿਹੜੀ ਇੰਸਟੀਟਿਊਸ਼ਨ ਸਵੈ ਸੇਵੀ ਲੋਕ ਚਲਾ ਰਹੇ ਨੇ, ਸਮਾਜ ਸੇਵੀ ਸੰਸਥਾ ਚਲਾ ਰਹੀਆਂ ਨੇ, ਉਹਨਾਂ ਨੂੰ ਕਮਰਸ਼ੀਅਲ ਤੁਸੀਂ ਕਿਵੇਂ ਕਹਿ ਸਕਦੇ ਹੋ? ਨੰਬਰ 2 ਕਿ ਇਹ ਦੇਖਿਆ ਜਾਣਾ ਸੀਗਾ ਕਿ ਕੋਵਿਡ ਦੇ ਦੌਰਾਨ ਆਪਣਾ ਕਿੰਨਾ ਨੁਕਸਾਨ ਹੋਇਆ ਬਿਕਾਜ਼ ਆਫ ਲੈਕ ਆਫ ਹੈਲਥ ਸਰਵਿਸਿਜ਼। ਇਹ ਇੰਸਟੀਟਿਊਸ਼ਨ ਜਿਹੜੀ ਹੈਗੀ ਇਹਨੇ ਅੱਗੇ ਲੱਗ ਕੇ ਇੱਕ ਨਵੀਂ ਇੰਸਟੀਟਿਊਸ਼ਨ ਵੀ ਬਣਾ ਦਿੱਤੀ। ਪੁਰਾਣੇ ਜਿਹੜੇ ਹੈਗੇ ਆ ਬੰਦੇ ਉਹਨਾਂ ਨੂੰ ਰੀਹੈਬਿਲਿਟੇਟ ਕਰ ਰਹੇ ਨੇ, ਫਿਰ ਇਸ ਨੂੰ ਤੁਸੀਂ ਕਮਰਸ਼ੀਅਲ ਕਿਵੇਂ ਕਹਿੰਦੇ ਹੋ? ਬਲਕਿ ਉਹ ਫਿਰ ਇਹ ਬੱਸ ਜਿਹੜਾ ਹੈਗਾ ਇਹ ਉੱਪਰ ਨੂੰ ਜਾ ਰਿਹਾ ਇਹ ਸਾਰੇ ਸਿਸਟਮ ਨੂੰ ਚਲਾਉਣ ਵਾਸਤੇ। ਤੇ ਉਹਦੇ 'ਚ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਬਿੱਲ ਪੈਂਡਿੰਗ ਹੈਗਾ, ਮੈਂ ਕਹਿੰਦਾ ਉਹਦੇ 'ਤੇ ਵੀ ਸਰਕਾਰ ਕਿਸੇ ਨਾ ਢੰਗ ਦੇ ਨਾਲ ਜਿਹੜੀ ਇੰਸਟੀਟਿਊਸ਼ਨ ਦੇ ਜਿੰਨੇ ਵੀ ਅਹੁਦੇਦਾਰ ਨੇ ਉਹਨਾਂ ਨਾਲ ਗੱਲ ਕਰੇ, ਨਾ ਕਿ ਕਨੈਕਸ਼ਨ ਕੱਟੇ। ਕਨੈਕਸ਼ਨ ਕੱਟਣਾ ਕਿਸੇ ਵੀ ਹਾਲਤ 'ਚ ਜਾਇਜ਼ ਨਹੀਂ ਹੈ ਵਿੱਚ ਜਿਹੜੀ ਉਹਦੇ ਨਾਲ। ਤਾਂ ਦੇਖੋ ਇੱਕ ਆਮ ਇਹ ਬੱਚੇ ਜਿਹੜੇ ਤੁਸੀਂ ਆ ਦੇਖੇ ਬੈਠੇ ਹੋਏ ਆ, ਦੇਖੋ ਕਿਵੇਂ ਦੇ ਹਾਲਾਤਾਂ ਦੇ ਵਿੱਚ ਆ ਦੇਖੋ ਛੋਟਾ ਜਿਹਾ ਬੱਚਾ ਜਿਹੜਾ ਹੈਗਾ ਇਹਨੂੰ ਬਿਲਕੁਲ ਨਹੀਂ ਪਤਾ ਕਿ ਮੈਂ ਕਿੱਥੇ ਬੈਠਾ ਹੋਇਆ ਵਿੱਚ, ਹੈ ਨਾ। ਤਾਂ ਇਹੋ ਜਿਹੇ ਬੱਚੇ ਦੀ ਤੁਸੀਂ ਬਿਜਲੀ ਪਾਣੀ ਕੱਟ ਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਸਰਕਾਰ ਕੀ ਕਹਿਣਾ ਚਾਹੁੰਦੀ ਹੈ ਵਿੱਚ ਜਿਹੜੀ ਹੈਗੀ? ਤਾਂ ਇਸ ਕਰਕੇ ਮੈਂ ਇਸ ਮੀਡੀਆ ਦੇ ਥਰੂ ਔਰ ਖਾਸ ਕਰਕੇ ਜਿਹੜੇ ਇਨਕਲਾਬੀ ਨੇਤਾ ਔਰ ਬਦਲਾਅ ਵਾਲੀ ਸਰਕਾਰ ਉਹਨੂੰ ਇਹ ਰਿਕੁਐਸਟ ਕਰਾਂਗਾ ਕਿ ਇਸ ਨੂੰ ਹੁਣੇ ਹੀ ਜਿਹੜਾ ਹੈਗਾ ਉਸ ਨੂੰ ਰਿਸਟੋਰ ਕੀਤਾ ਜਾਵੇ। ਜਿਸ ਤੱਕ ਕਾਨੂੰਨ ਦੀ ਗੱਲ ਹੈਗੀ ਆ ਉਹ ਮੈਨੇਜਮੈਂਟ ਨਾਲ ਬੈਠ ਕੇ ਡਿਸਕਸ਼ਨ ਕੀਤੀ ਜਾਵੇ, ਕਿਉਂਕਿ ਇਸ ਗੱਲ ਨੂੰ ਵੀ ਤਾਂ ਆਪਾਂ ਨੂੰ ਫਿਰ ਮੰਨਣਾ ਪਏਗਾ ਕਿ ਸਾਰੀਆਂ ਚੀਜ਼ਾਂ ਤਾਂ ਫ੍ਰੀ ਨਹੀਂ ਕੀਤੀਆਂ ਜਾ ਸਕਦੀਆਂ। ਲੇਕਿਨ ਜਿੱਥੇ ਤੱਕ ਹੈਲਥ ਔਰ ਐਜੂਕੇਸ਼ਨ ਦੀ ਗੱਲ ਹੈ, ਇਹ ਤਾਂ ਸਰਕਾਰ ਆਪ ਫ੍ਰੀ ਦੀਆਂ ਗੱਲਾਂ ਕਰਦੀ ਹੈ। ਕੇਜਰੀਵਾਲ ਇਸ ਨੂੰ ਪ੍ਰਮੋਟ ਕਰਨ ਦੀ ਗੱਲ ਕਰਦਾ, ਤੇ ਇੱਥੇ ਕੀ ਹੋ ਰਿਹਾ? ਇੱਥੇ ਵੀ ਤਾਂ ਹੈਲਥ ਹੀ ਪ੍ਰਮੋਟ ਹੋ ਰਹੀ ਹੈ ਲੋਕਾਂ ਦੀ। ਫਿਰ ਉਸ ਪ੍ਰਮੋਟ ਹੋਈ ਹੈਲਥ ਦੇ ਵਿੱਚ ਤੁਸੀਂ ਅਬਸਟਰਕਸ਼ਨ ਕਿਉਂ ਲਗਾ ਰਹੇ ਹੋ? ਸਰਕਾਰ ਅਬਸਟਰਕਸ਼ਨ ਕਿਉਂ ਲਾ ਰਹੀ ਹੈ? ਮੈਨੇਜਮੈਂਟ ਦੇ ਨਾਲ ਗੱਲ ਕਰੇ ਔਰ ਸਾਰੀਆਂ ਫੈਸਿਲਿਟੀਜ਼ ਰਿਸਟੋਰ ਕਰੇ ਉਸ ਨੂੰ ਵਿੱਚ ਜਿਹੜੀ ਹੈਗੀ ਆ। ਸੋ ਮੇਰੀ ਤਾਂ ਇਹੀ ਬੇਨਤੀ ਰਹੇਗੀ ਇਸ 'ਤੇ। ਨਿਆਸਰੇ ਨਾਗਰਿਕਾਂ ਤੇ ਤਰਸ ਨਹੀਂ ਖਾਇਆ, ਬਿਜਲੀ ਪਾਣੀ ਰੋਕ ਤੜਫਾਇਆ। ਪ੍ਰਭ ਆਸਰਾ ਸੰਸਥਾ ਦਾ ਇਹ ਬੈਨਰ ਤੁਸੀਂ ਦੇਖ ਰਹੇ ਹੋ। ਭੈਣ ਜੀ ਸਾਡੇ ਨਾਲ ਨੇ, ਭਾਈ ਸ਼ਮਸ਼ੇਰ ਸਿੰਘ ਜੀ ਅਤੇ ਭੈਣ ਜੀ ਹੋਰੀ ਅਤੇ ਸਾਰਾ ਪਰਿਵਾਰ ਲਗਾਤਾਰ ਸੰਨ 2000 ਤੋਂ ਕੁਰਾਲੀ ਦੇ ਵਿੱਚ ਪ੍ਰਭ ਆਸਰਾ ਸੰਸਥਾ ਚਲਾ ਰਿਹਾ, ਜਿਸ ਦੇ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਰੀਹੈਬ ਹੋ ਕੇ ਜਾ ਚੁੱਕੇ ਨੇ। ਤੁਸੀਂ ਸਮੇਂ-ਸਮੇਂ ਦੇ ਉੱਤੇ ਪ੍ਰਭ ਆਸਰਾ ਸੰਸਥਾ ਦੀਆਂ ਤਸਵੀਰਾਂ ਔਰ ਉੱਥੋਂ ਦੇ ਨਾਗਰਿਕਾਂ ਦੇ ਹਾਲਾਤ ਵੇਖਦੇ ਰਹਿੰਦੇ ਹੋ। ਬੜੀਆਂ ਆਸਾਂ ਸੀਗੀਆਂ ਲੋਕਾਂ ਨੂੰ ਜਦੋਂ ਨਵੀਂ ਸਰਕਾਰ ਚੁਣੀ ਕਿ ਸ਼ਾਇਦ ਕੁਝ ਬਦਲਾਅ ਆਏਗਾ। ਬਦਲਾਅ ਆਇਆ, ਬਹੁਤ ਵੱਡਾ ਬਦਲਾਅ ਆਇਆ। ਉਹ ਬਦਲਾਅ ਕੀ ਆਇਆ ਕਿ ਇਹ ਜਿਹੜੇ ਨਿਆਸਰੇ ਨੇ ਉੱਥੇ ਛੋਟੇ ਬੱਚੇ ਜਿਨ੍ਹਾਂ ਨੂੰ ਆਪਣੀ ਸੁਰਤ ਤੱਕ ਨਹੀਂ ਹੈ, ਉਹ ਬਜ਼ੁਰਗ ਬੀਬੀਆਂ, ਬਜ਼ੁਰਗ ਭਾਈ ਜਿਨ੍ਹਾਂ ਦੀ ਉਮਰ ਸੈਂਕੜੇ ਤੱਕ ਜਾ ਪਹੁੰਚੀ ਹੈ, ਜਿਹੜੇ ਹਾਲਾਤਾਂ ਦੇ ਵੱਸ ਪੈ ਕੇ ਮਾਨਸਿਕ ਤੌਰ ਦੇ ਉੱਤੇ ਔਰ ਸਰੀਰਕ ਤੌਰ ਦੇ ਉੱਤੇ ਲਾਚਾਰ ਹੋ ਚੁੱਕੇ ਨੇ, ਉਹਨਾਂ ਲਈ ਇੱਕ ਬਹੁਤ ਵੱਡਾ ਬਦਲਾਅ ਆਇਆ। ਉਹ ਪਤਾ ਕਰਦੇ ਹਾਂ ਜੀ। ਉਮੀਦ ਤਾਂ ਸੀ ਜੀ ਬਦਲਾਅ ਆਏਗਾ, ਪਰ ਤੁਹਾਡੇ ਲਈ ਕੋਈ ਹੋਰ ਕਿਸਮ ਦਾ ਬਦਲਾਅ ਆ ਗਿਆ ਉੱਥੇ? ਬਿਲਕੁਲ ਜੀ, ਪਹਿਲੀਆਂ ਸਰਕਾਰਾਂ ਭਾਵੇਂ ਨੋਟਿਸ ਕੱਢਦੀਆਂ ਰਹੀਆਂ ਸ਼ੁਰੂ ਤੋਂ ਲੈ ਕੇ, ਚਾਹੇ ਉਹ ਬਿਲਡਿੰਗ ਦੇ ਸਬੰਧ ਵਿੱਚ ਹੈਗੀਆਂ ਉਹਨੂੰ ਢਾਹੁਣ ਦੇ ਆਰਡਰ ਕਰਦੀਆਂ ਰਹੀਆਂ, ਚਾਹੇ ਉਹ ਬਿਜਲੀ ਦੇ ਸਬੰਧ ਵਿੱਚ ਵੀ ਸੀਗੀਆਂ। ਲੇਕਿਨ ਇਸ ਸਰਕਾਰ ਦੇ ਆਉਣ ਨਾਲ ਬਿਜਲੀ ਦੇ ਕਨੈਕਸ਼ਨ ਸੱਚੀ ਮੁੱਚੀ ਕੱਟੇ ਗਏ। ਉਹ ਸ਼ਾਇਦ ਸਿਰਫ ਨੋਟਿਸ ਕੱਢ ਕੇ ਹੀ ਇਹਨਾਂ ਨੂੰ ਬਖਸ਼ ਦਿੰਦੇ ਸੀਗੇ। ਕਿਤੇ ਨਾ ਕਿਤੇ ਇਹ ਸਾਡੇ ਸਮਾਜ ਦੇ ਨਾਗਰਿਕ ਹੈਗੇ, ਦੁਤਕਾਰੇ ਹੋਏ ਹੈਗੇ ਆ। ਇਹਨਾਂ ਦੀਆਂ ਵੀ ਲੋੜਾਂ ਉੱਦਾਂ ਹੀ ਹੈ ਜਿਵੇਂ ਗਰੀਬਾਂ ਦੀਆਂ ਹੈਗੀਆਂ। ਬਟ ਇਹ ਸਰਕਾਰ ਨੇ ਤਾਂ ਸੁਣਵਾਈ ਨਹੀਂ ਕੀਤੀ ਤੇ ਬਿਲਕੁਲ ਹੀ ਇਹਨਾਂ ਦੇ ਕਨੈਕਸ਼ਨ ਕੱਟ ਦਿੱਤੇ ਹੈ, ਜਿੱਥੇ ਕਿ ਇਹ ਅੱਜ ਦੀ ਡੇਟ ਵਿੱਚ ਮੁੱਢਲੀ ਲੋੜ ਹੈਗੀ ਹੈ ਬਿਜਲੀ ਦੇ ਨਾਲ ਪਾਣੀ ਜੁੜਿਆ ਹੋਇਆ, ਜਿੱਥੇ ਕਿ ਇਹ ਨਾਗਰਿਕ ਦਿਨ ਰਾਤ ਕੋਈ ਬੈੱਡ ਰਿਡਨ ਹੈਗਾ, ਕੋਈ ਵਿਚਾਰਾ ਲਾਚਾਰ ਹੈਗਾ, ਵਿੱਚ ਸਾਰਾ ਕੁਝ ਪਾਸ ਕਰ ਦਿੰਦੇ ਹੈਗੇ ਆ। ਉਹਨਾਂ ਦੇ ਕੱਪੜੇ ਬਹੁਤ ਜ਼ਿਆਦਾ ਦਿਨ 'ਚ 4-4 ਵਾਰੀ ਕੱਪੜੇ ਚੇਂਜ ਕਰਨੇ ਪੈਂਦੇ ਆ, ਜਿਨ੍ਹਾਂ ਨੂੰ ਧੋਣ ਦੀ ਲੋੜ ਮਹਿਸੂਸ ਹੁੰਦੀ ਹੈਗੀ ਹੈ। ਤੇ ਇਸ ਤੋਂ ਇਲਾਵਾ ਮਸ਼ੀਨਾਂ ਇਹਨਾਂ ਦੇ ਬਿਜਲੀ ਦੇ ਨਾਲ ਚੱਲਦੀਆਂ ਹੈਗੀਆਂ, ਤੇ ਚਾਹੇ ਆਕਸੀਜਨ ਕਨਸੈਂਟਰੇਟਰ ਹੈਗੇ ਆ, ਚਾਹੇ ਕੋਈ ਹੋਰ ਮੋਨੀਟਰ ਹੈਗੇ ਆ। ਲੇਕਿਨ ਜਦੋਂ ਕਿ ਇਹ ਇੱਦਾਂ ਦੇ ਲਾਚਾਰਾਂ ਨੂੰ ਇੰਨੀ ਕੁ ਜ਼ਿਆਦਾ ਧੱਕਾ ਮਿਲਿਆ ਤਾਂ ਉਹਦੇ ਵਾਸਤੇ ਵੀ ਬਹੁਤ ਮੁਸ਼ਕਿਲਾਂ ਆ ਰਹੀਆਂ। ਕੋਸ਼ਿਸ਼ ਕਰ ਰਹੇ ਹਾਂ ਕਿ ਜਨਰੇਟਰਾਂ ਨਾਲ ਚਲਾਈਏ ਕੰਮ, ਲੇਕਿਨ ਬਟ ਜਨਰੇਟਰ ਗਰਮ ਹੋ ਜਾਂਦੇ ਹੈਗੇ ਆ। ਡੀਜ਼ਲ ਦੀ ਪੂਰਤੀ ਵਾਸਤੇ ਕਾਫੀ ਤੱਲੋ ਮੱਛੀ ਹੋਣਾ ਪੈਂਦਾ ਹੈਗਾ। ਕੋਸ਼ਿਸ਼ਾਂ ਜਾਰੀ ਹੈਗੀਆਂ। ਨਹੀਂ ਭੈਣ ਜੀ, ਇਹਨਾਂ ਨੇ ਆਧਾਰ ਕੀ ਬਣਾਇਆ? ਕੀ ਇਹ ਇਹਨਾਂ ਨੂੰ ਆਪਣਾ ਨਾਗਰਿਕ ਨਹੀਂ ਸਮਝਦੇ? ਮਤਲਬ ਸਰਕਾਰ ਜਿਹੜੀ ਨਵੀਂ ਆਈ ਹੈ, ਕੀ ਫਿਰ ਉਹ ਇਹਨਾਂ ਨਿਆਸਰਿਆਂ ਨੂੰ ਆਪਣਾ ਨਾਗਰਿਕ ਨਹੀਂ ਸਮਝਦੀ ਕਿ ਇਸ ਤਰੀਕੇ ਨਾਲ ਲਾਵਾਰਿਸ ਕਰ ਦਿੱਤਾ ਬਿਜਲੀ ਪਾਣੀ ਦੇ ਕਨੈਕਸ਼ਨ ਕੱਟ ਕੇ?
ਬਿਲਕੁਲ ਜੀ, ਇਹ ਸੋਚਣ ਵਾਲੀ ਬਹੁਤ ਵੱਡੀ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਤੁਹਾਡੀਆਂ ਸਰਕਾਰਾਂ ਕਾਓ ਸੈਸ ਲੈਂਦੀਆਂ ਵੀ ਰਹੀਆਂ ਤੇ ਕਾਓਸ ਦੇ ਸ਼ੈਲਟਰ ਹੋਮਸ ਨੂੰ ਮੁਫਤ ਬਿਜਲੀ ਵੀ ਪ੍ਰਦਾਨ ਕਰਦੀਆਂ ਰਹੀਆਂ, ਕਿ ਇਹ ਜਾਨਵਰਾਂ ਤੋਂ ਵੀ ਬੱਤਰ ਹੋ ਗਏ? ਇਹ ਵੀ ਉਹ ਗਰੀਬ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਆ ਕਿ 300 ਯੂਨਿਟ ਮਾਫ ਹੋਣਗਾ। ਇਹਨਾਂ ਤੋਂ ਉੱਪਰ ਗਰੀਬ ਕਿਹੜਾ ਹੋਏਗਾ, ਲਾਚਾਰ ਹੋਏਗਾ, ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ, ਜਿਨ੍ਹਾਂ ਨੂੰ ਰਹਿਣ ਨੂੰ ਢੋਈ ਨਹੀਂ ਹੈਗੀ, ਜਿਨ੍ਹਾਂ ਨੂੰ ਆਪਣੀ ਗੱਲ ਕਹਿਣ ਦੀ ਹਿੰਮਤ ਨਹੀਂ ਹੈਗੀ, ਜਿਨ੍ਹਾਂ ਕੋਲ ਇਹ क्षमता नहीं हैगी। इस तो उपर गरीब कौन होएगा? जिन्हों के घरों भी दुत्कार दिता गया, सरकार वालों भी दुत्कार दिता गया, तो जे उन्होंने किते ढोई मिली है कि उत्थों भी असी कढ़ना चाहते हैं, उत्थों भी इन्हों फिर तो सड़कों पर लिया चाहते हैं, ये तराशदी हैगी है। असी बेनती करते हैं कि भी बिना देरी इन्हां दी समस्या नूं समझिया जावे ते इन्हां दे जिहड़े बिजली के कनैक्शन है मुड़ तो जोड़ दिते जाण, फिर आपां बैठ के गल करिए कि किस तरह हल निकल सकते हैं, की हो सकता है। जदों आपां 300 यूनिट एक गरीब वास्ते माफ़ किए हैं तो यह जिथे 500 तो उपर दे इनहैबिटेंट्स हैगे आ तो उन्होंने किन्नी कु माफ़ी मिलनी चाहिए है, ये आपां विचारा कर सकते हैं। ਬਹੁਤ ਸ਼ੁਕਰੀਆ ਭੈਣ ਜੀ ਗੱਲਬਾਤ ਕਰਨ ਦੇ ਲਈ। ਮੈਂ ਇਸ ਗੱਲਬਾਤ ਨੂੰ ਬਹੁਤਾ ਲੰਬਾ ਨਹੀਂ ਖਿੱਚਣਾ ਚਾਹੁੰਦਾ ਸੀ ਕਿਉਂਕਿ ਤੁਹਾਡੇ ਤੱਕ ਮੁੱਖ ਮੁੱਦਾ ਆਉਣਾ ਚਾਹੀਦਾ। ਇਹ ਤੰਤਰ ਹੈ ਜੀ, ਇਹ ਐਂ ਚੱਲੀ ਜਾਂਦਾ ਹੁੰਦਾ ਔਰ ਇਸ ਤੰਤਰ ਨੂੰ ਸੁਧਾਰਨ ਦੇ ਲਈ ਸਰਕਾਰ ਬਦਲਾਅ ਦਾ ਨਾਅਰਾ ਦੇ ਕੇ ਆਈ ਸੀ, ਇਨਕਲਾਬ ਦਾ ਨਾਅਰਾ ਦੇ ਕੇ ਆਈ ਸੀ, ਪਰ ਇਹ ਕਿਸ ਕਿਸਮ ਦਾ ਬਦਲਾਅ ਆਇਆ ਕਿ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ, ਉਸ ਨਾਲ ਪਾਣੀ ਜੁੜਿਆ ਹੋਇਆ, ਸਾਰੀਆਂ ਲੋੜਾਂ ਉਸ ਤੋਂ ਅੱਗੇ ਜੁੜੀਆਂ ਹੋਈਆਂ ਨੇ। ਹੁਣ ਇਹ ਕਿਸ ਕੋਲ ਪੁਕਾਰ ਕਰਨ, ਕਿਸ ਕੋਲ ਆਪਣੀ ਅਰਜ਼ ਲੈ ਕੇ ਜਾਣ, ਕਿਉਂਕਿ ਇਹਨਾਂ ਦਾ ਮੁੱਢਲਾ ਫਰਜ਼ ਹੈ, ਇਹ ਸਰਕਾਰ ਦਾ ਫਰਜ਼ ਸੀ ਇਹਨਾਂ ਨੂੰ ਸਾਂਭਣਾ। ਸਰਕਾਰਾਂ ਕੋਲ ਉਹ ਸੈਟਅਪ ਨਹੀਂ ਹੈ, ਸਰਕਾਰਾਂ ਕੋਲ ਉਹ ਸਿਸਟਮ ਨਹੀਂ ਹੈ, ਇਸ ਕਰਕੇ ਪ੍ਰਭ ਆਸਰਾ ਵਰਗੀ ਸੰਸਥਾ ਹੋਂਦ ਦੇ ਵਿੱਚ ਆਈ ਹੈ ਜਿਹੜੀ ਇਹਨਾਂ ਨੂੰ ਸੰਭਾਲ ਰਹੀ ਹੈ। ਅਗਲੇਰੇ ਭਾਗ ਦੇ ਵਿੱਚ ਭਾਈ ਸ਼ਮਸ਼ੇਰ ਸਿੰਘ ਜੀ ਨਾਲ ਤਕਨੀਕੀ ਤੌਰ ਦੇ ਉੱਤੇ ਸਾਰੀ ਗੱਲਬਾਤ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਭਾਗ। ਹੋ ਗਈ ਹੈ ਪੀਰ पर्वत सी पिघलनी चाहिए, इस हिमालय से कोई गंगा निकलनी चाहिए, मेरे सीने में नहीं तो तेरे सीने में सही, हो कहीं भी आग लेकिन आग जलनी चाहिए। मरहूम दुष्यंत कुमार का ये शेर है या उसकी गज़ल है, ਜਦੋਂ ਪੀੜ ਪਰਬਤ ਵਰਗੀ ਹੋ ਜਾਂਦੀ ਹੈ ਤਾਂ ਉਸ ਨੂੰ ਪਿਘਲਣਾ ਚਾਹੀਦਾ ਹੁੰਦਾ, ਦਿਲਾਂ ਦੇ ਵਿੱਚ ਅੱਗ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਕੋਈ ਕੰਮ ਕਰ ਸਕਦੇ ਹੋ। ਪ੍ਰਭ ਆਸਰਾ ਸੰਸਥਾ ਨੂੰ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਲਿਆਉਂਦੇ ਹਾਂ ਉੱਥੋਂ ਦੇ ਹਾਲਾਤ, ਕਿਉਂਕਿ ਉਹ ਨਿਆਸਰਿਆਂ ਦਾ ਘਰ ਹੈ। ਓਟ ਵਾਹਿਗੁਰੂ ਦੀ ਹੈ, ਓਟ ਪਰਮਾਤਮਾ ਦੀ ਹੈ, ਪਰ ਕਾਰਜ ਕਰਨ ਵਾਲੇ ਇਨਸਾਨ ਹੀ ਹੁੰਦੇ ਨੇ, ਬੰਦੇ ਹੀ ਹੁੰਦੇ ਨੇ। ਵੋਟਾਂ ਵੇਲੇ ਬੜੇ ਦੌਰ ਚੱਲੇ ਸੀਗੇ ਕਿ ਇੰਨੀ ਬਿਜਲੀ ਫ੍ਰੀ, ਫਲਾਣੀ ਬਿਜਲੀ ਫ੍ਰੀ। ਹੁਣ ਚਲੋ ਕਰ ਵੀ ਦਿੱਤਾ ਕਿ 300 ਯੂਨਿਟ ਪਰ ਮੰਥ ਔਰ 600 ਯੂਨਿਟਾਂ ਜਿਹੜਾ ਬਿਜਲੀ ਦਾ ਬਿੱਲ ਦਾ ਸਰਕਲ ਹੈ 2 ਮਹੀਨੇ ਦਾ, ਉਹ ਫ੍ਰੀ ਕੀਤੀਆਂ ਨੇ, ਮਾਫ ਕੀਤੀਆਂ ਨੇ। ਇੱਕ ਪਾਸੇ ਤੁਸੀਂ ਇੱਕ ਤਸਵੀਰ ਦੇਖੀ ਹੋਏਗੀ ਕਿ ਦਿੱਲੀ ਦੇ ਉਦੋਂ ਮੁੱਖ ਮੰਤਰੀ ਦੇ ਕੈਂਡੀਡੇਟ ਅਰਵਿੰਦ ਕੇਜਰੀਵਾਲ ਨੇ ਜਿਹੜੇ ਦਿੱਲੀ ਦੇ ਵਿੱਚ ਬਿੱਲ ਨਾ ਭਰਨ ਕਰਕੇ ਕਨੈਕਸ਼ਨ ਕੱਟ ਦਿੱਤੇ ਸੀਗੇ, ਉਦੋਂ ਦੀ ਸ਼ੀਲਾ ਦੀਕਸ਼ਿਤ ਸਰਕਾਰ ਨੇ ਤਾਂ ਉਹ ਆਪ ਹੱਥ 'ਚ ਪਲਾਸ ਲੈ ਕੇ ਤੇ ਖੰਭਿਆਂ ਤੇ ਚੜ੍ਹ ਕੇ ਬਿਜਲੀ ਦੇ ਕਨੈਕਸ਼ਨ ਜੋੜ ਰਹੇ ਸੀ। ਪੰਜਾਬ ਦੇ ਵਿੱਚ ਕੀ ਹੋਇਆ? ਪ੍ਰਭ ਆਸਰਾ ਸੰਸਥਾ ਨਿਆਸਰਿਆਂ ਦੇ ਘਰ ਦੇ ਨਾਲ ਕੀ ਹੋਇਆ? ਕੋਵਿਡ ਕਾਲ ਸੀ ਜਿਹੜਾ ਬਹੁਤ ਭੈੜਾ ਸਮਾਂ ਸੀ, ਉਦੋਂ ਸਰਕਾਰਾਂ ਜਦੋਂ ਆਪਣੇ ਫਰਜ਼ਾਂ ਤੋਂ ਭੱਜੀਆਂ, ਆਪਣੀ ਜ਼ਿੰਮੇਵਾਰੀਆਂ ਤੋਂ ਭੱਜੀਆਂ, ਉਦੋਂ ਪ੍ਰਭ ਆਸਰਾ ਸੰਸਥਾ ਨੇ ਕਰੋਨਾ ਦੇ ਮਰੀਜ਼ਾਂ ਨੂੰ ਸਾਂਭਿਆ, ਉਹਨਾਂ ਦੀ ਸਾਂਭ ਸੰਭਾਲ ਕੀਤੀ, ਉਹਨਾਂ ਦੇ ਲਈ ਖਾਸ ਤੌਰ ਦੇ ਉੱਤੇ ਹਸਪਤਾਲ ਬਣਵਾਇਆ। ਮਤਲਬ ਜਿਹੜੇ ਫਰਜ਼ ਸਰਕਾਰਾਂ ਦੇ ਸੀ ਉਹ ਇਹਨਾਂ ਨੇ ਨਿਭਾਏ। ਆਰਟੀਕਲ 100 ਸਾਨੂੰ ਕਹਿੰਦਾ ਹੈ ਕਿ ਜਿਹੜੇ ਨਿਆਸਰੇ ਨੇ, ਜਿਹੜੇ ਸਰੀਰਕ ਤੌਰ ਦੇ ਉੱਤੇ, ਮਾਨਸਿਕ ਤੌਰ ਦੇ ਉੱਤੇ ਲਾਚਾਰ ਨੇ, ਉਹਨਾਂ ਨੂੰ ਬਹੁਤ ਸਾਰੇ ਹੱਕ ਨੇ, ਉਹਨਾਂ ਨੂੰ ਸਾਂਭਣ ਦਾ ਹੀਲਾ ਹਰ ਹੀਲੇ ਸਰਕਾਰ ਨੇ ਕਰਨਾ, ਪਰ ਸਰਕਾਰਾਂ ਫੇਲ ਹੋਈਆਂ ਨੇ। ਤਾਜ਼ਾ ਘਟਨਾਕ੍ਰਮ ਹੋਇਆ ਕਿ ਕੋਵਿਡ ਕਾਲ ਦੇ ਵਿੱਚ ਜਦੋਂ ਆਮਦਨੀ ਦੇ ਸਰੋਤ ਘਟ ਗਏ, ਜਦੋਂ ਸਾਰੀ ਦੁਨੀਆ ਬੰਦ ਹੋ ਗਈ ਸੀ, ਪ੍ਰਭ ਆਸਰਾ ਸੰਸਥਾ 'ਤੇ ਵੀ ਆਰਥਿਕ ਸੰਕਟ ਛਾਇਆ। ਉਸੇ ਕਰਕੇ ਉਹ ਬਿੱਲ ਨਹੀਂ ਭਰ ਪਾਏ। ਪੁਰਾਣੀਆਂ ਸਰਕਾਰਾਂ ਸਿਰਫ ਨੋਟਿਸ ਕੱਢ ਦਿੰਦੀਆਂ ਸੀਗੀਆਂ, ਉਸ ਨੋਟਿਸ ਦੇ ਆਧਾਰ ਦੇ ਉੱਤੇ ਕਾਰਵਾਈ ਨਹੀਂ ਕਰਦੀਆਂ ਸੀ। ਹੁਣ ਕੀ ਹੋਇਆ ਕਿ ਜਿਉਂ ਹੀ ਨਵੀਂ ਸਰਕਾਰ ਆਈ, ਨਵੀਂ ਸਰਕਾਰ ਨੇ ਇਹਨਾਂ ਦਾ ਬਿਜਲੀ ਦਾ ਕਨੈਕਸ਼ਨ ਜਿਹੜਾ ਪ੍ਰਭ ਆਸਰਾ ਸੰਸਥਾ ਦਾ ਉਹ ਕੱਟ ਦਿੱਤਾ। ਬਿਜਲੀ ਨਾਲ ਪਾਣੀ ਜੁੜਿਆ ਹੋਇਆ, ਪਾਣੀ ਦੇ ਨਾਲ ਅੱਗੇ ਸਿਹਤ ਜੁੜੀ ਹੋਈ ਹੈ, ਅੱਗੇ ਸਾਰਾ ਸਰਕਲ ਜੁੜਿਆ ਹੋਇਆ। ਭਾਈ ਸਾਹਿਬ, ਭਾਈ ਸ਼ਮਸ਼ੇਰ ਸਿੰਘ ਜੀ ਨੇ ਆ ਗਿਆ ਜੀ ਤੁਹਾਡੇ ਲਈ ਬਦਲਾ। ਤੁਹਾਨੂੰ ਸਲੂਟ ਹੈ ਤੁਹਾਡੀਆਂ ਭਾਵਨਾਵਾਂ ਨੂੰ ਕਿ ਤੁਸੀਂ ਹਮੇਸ਼ਾ ਹੀ ਵੌਇਸਲੈਸ ਦੀ ਵੌਇਸ ਬਣਦੇ ਰਹੇ ਹੋ, ਤੁਹਾਡੀ ਸਮੁੱਚੀ ਟੀਮ ਨੂੰ, ਮੈਨੇਜਮੈਂਟ ਨੂੰ, ਹੈ ਨਾ। ਅਤੇ ਇਹ ਬਦਲਾਅ ਜਿਹੜੇ ਹੁੰਦੇ ਆ ਨਾ, ਇਹ ਹਮੇਸ਼ਾ ਚੱਲਦੇ ਹੀ ਹੁੰਦੇ ਆ, ਇਹ ਕੋਈ ਸਟੈਟਿਕ ਨਹੀਂ, ਖੜ੍ਹਦੇ ਨਹੀਂ ਹੈਗੇ। ਜੇ ਜਿਵੇਂ ਮੌਸਮ ਬਦਲਦੇ ਆ ਨਾ, ਇੱਦਾਂ ਇਹ ਮੌਸਮ ਦੀ ਤਰ੍ਹਾਂ ਇਹ ਸਾਰੇ ਤਖਤ ਔਰ ਤਾਜ ਬਦਲਦੇ ਰਿਹਾ ਕਰਦੇ ਆ। ਅਤੇ ਠੀਕ ਹੈ, ਕੋਈ ਸ਼ੱਕ ਨਹੀਂ, ਇਹ ਸਾਰੇ ਨਾਗਰਿਕ ਜਿਹੜੇ ਹੈਗੇ ਆ ਉਹ ਇੱਕ ਆਸ ਦੀ ਕਿਰਨ ਦੇ ਨਾਲ, ਬਹੁਤ ਖੁਸ਼ੀ ਨਾਲ ਕਿ ਹੁਣ ਬਹੁਤ ਵੱਡੀਆਂ ਤਬਦੀਲੀਆਂ ਸਾਡੇ ਸਾਹਮਣੇ ਆਉਣਗੀਆਂ, ਕਿਉਂਕਿ ਸਾਡੀ ਹੈਲਥ, ਸਾਡਾ ਰੁਜ਼ਗਾਰ,
ਤੇ ਸਾਡੀ ਸੰਭਾਲ, ਸਾਡੀ ਸੋਸ਼ਲ ਸਿਕਿਉਰਿਟੀ ਵੀ, ਬਜ਼ੁਰਗ ਵੀ ਰੁਲ ਗਿਆ, ਸਾਰੀ ਉਮਰ ਕੰਮ ਕਰਨ ਵਾਲਾ ਸਟੇਟ ਦੇ ਵਿੱਚ, ਉਹ ਬੱਚਾ ਜਿਹੜਾ ਕੁਛ ਕਾਰਨਾਂ ਕਰਕੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਚਲਦਿਆਂ ਭਾਵੇਂ ਉਹ ਬਚਪਨ ਸੀ ਤੇ ਭਾਵੇਂ ਉਹ ਜਵਾਨੀ ਸੀ, ਭਾਵੇਂ ਕੋਈ ਹੈਡ ਇੰਜਰੀ ਹੋ ਗਈ, ਭਾਵੇਂ ਕੋਈ ਟ੍ਰੈਜਡੀ ਹੋ ਗਈ ਕਿਸੇ ਕਾਰਨ ਵੀ, ਉਹ ਜਿਸ ਵੇਲੇ ਆਪਣੀ ਸੰਭਾਲ ਤੋਂ ਮਥਾਜ਼ ਹੋ ਗਿਆ, ਭਾਵੇਂ ਬਜ਼ੁਰਗ ਹੈ, ਜਿਸ ਵੇਲੇ ਤਖਤਾਂ ਤੇ ਬੈਠ ਕੇ ਬਾਦਸ਼ਾਹ ਵੀ ਭਾਵੇਂ ਹੁਕਮ ਚਲਾਉਂਦੇ ਆ, ਪਰ ਅਖੀਰਲੇ ਸਮੇਂ 'ਚ ਸਹਾਰੇ ਦੀ ਉਹਨਾਂ ਨੂੰ ਵੀ ਲੋੜ ਪੈਂਦੀ ਹੈ। ਤੇ ਜਿਸ ਵੇਲੇ ਵੀ ਸਹਾਰੇ ਦੀ ਲੋੜ ਹੈ, ਫਿਰ ਉਸ ਵੇਲੇ ਜਦੋਂ ਪੰਜਾਬ ਦੀ ਧਰਤੀ ਤੇ ਅਸੀਂ ਉਹਨਾਂ ਨਾਗਰਿਕਾਂ ਨੂੰ ਜਿਨ੍ਹਾਂ ਨੂੰ ਇਲਾਜ ਦਾ ਤੇ ਸੰਭਾਲ ਦਾ ਤੇ ਪੁਨਰਵਾਸ ਦਾ ਮੌਕਾ ਨਹੀਂ ਮਿਲ ਰਿਹਾ, ਤੇ ਉਹਨਾਂ ਦੇ ਲਈ ਲੋੜੀਂਦੇ ਪ੍ਰਬੰਧ, ਕੋਈ ਸ਼ੱਕ ਨਹੀਂ, ਐਕਟ ਬਣ ਗਏ, ਪਰਸਨ ਵਿਦ ਡਿਸੇਬਿਲਟੀ ਐਕਟ ਬਣ ਗਏ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਇਹ ਵਿਭਾਗ ਬਣ ਗਏ, ਡਿਪਾਰਟਮੈਂਟ ਬਣ ਗਏ, ਕੋਈ ਸ਼ੱਕ ਨਹੀਂ, ਐਕਟ ਬਣ ਗਏ, ਜੁਵੈਨਾਈਲ ਜਸਟਿਸ ਐਕਟ ਬਣ ਗਏ, ਜੇ ਐਕਟ ਬਣ ਗਿਆ, ਕੋਈ ਸ਼ੱਕ ਨਹੀਂ, ਭਾਵੇਂ ਜਿਹੜਾ ਮੈਂਟਲ ਹੈਲਥ ਐਕਟ 1987 35 ਸਾਲ ਪਹਿਲਾਂ ਬਣ ਗਿਆ, ਅੱਜ ਵੀ ਸਟੇਟ ਦੀ ਕੋਈ ਬਾਡੀ ਉਹਨਾਂ ਲਈ ਕਨਸਟੀਟਿਊਟ ਨਹੀਂ ਹੋਈ। ਅੱਜ ਤੱਕ ਕੋਈ ਇਹੋ ਜਿਹੀ ਏਜੰਸੀ ਜਿਹੜੀ ਹੈਗੀ ਹੈ ਉਸ ਨੂੰ ਕਿਸੇ ਦੀ ਡਿਊਟੀ ਨਹੀਂ ਲਗਾਈ ਕਿ ਉਹ ਚਾਰਜ ਲਵੇ ਜਿਸ ਵੇਲੇ ਵੀ ਨਾਗਰਿਕ ਇਹਨਾਂ ਸੀਰੀਅਸ ਹਾਲਾਤਾਂ ਵਿੱਚ ਹੋਵੇ। ਆਪਾਂ ਗੱਲ ਕਰਦੇ ਸੀ ਵੀ ਜੇ 1% ਵੀ ਮੰਨ ਲਈਏ ਨਾ, 1%, ਤਾਂ ਪੰਜਾਬ ਦੇ ਵਿੱਚ 1 ਲੱਖ ਤੋਂ ਉੱਪਰ ਬਣ ਗਏ ਜਿਨ੍ਹਾਂ ਨੂੰ ਹਸਪੀਟਲਾਈਜ਼ ਕਰਨ ਦੀ ਲੋੜ ਹੈ। ਅਰੇਂਜਮੈਂਟ ਹੈ ਕਿੱਥੇ ਹੈ? 5 ਸਟੇਟਾਂ ਨੇ ਇੱਕ ਹਸਪੀਟਲ ਖੋਲ੍ਹਿਆ, 300 ਬੰਦਾ ਨਹੀਂ ਉੱਥੇ ਹੋਣਾ, ਤੇ ਹੈ 5 ਸਟੇਟਾਂ ਦਾ, ਤੇ ਉਹ ਬੰਦੇ ਨਾਗਰਿਕ ਹੈ ਕਿੱਥੇ ਹੈ? ਉਹ ਨਾਗਰਿਕ ਜਾਂ ਫਿਰ ਨਹਿਰਾਂ ਦੇ ਵਿੱਚ ਹੈ, ਉਹਨਾਂ ਦੀਆਂ ਲਾਸ਼ਾਂ ਤੈਰ ਰਹੀਆਂ, ਜਾਂ ਜਗ੍ਹਾ ਜਗ੍ਹਾ ਤੇ ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹੈ, ਜਾਂ ਉਹ ਆਪਣੇ ਆਪ ਨੂੰ ਸੁਸਾਈਡ, ਉਹਨਾਂ ਦੀ ਆਵਾਜ਼ ਨਹੀਂ ਉੱਠ ਰਹੀ। ਇੰਨੀ ਵੱਡੀ ਗਿਣਤੀ ਜਿਹਦੇ ਵਿੱਚ ਫਿਰ ਸੰਸਥਾਵਾਂ ਲੱਗੀਆਂ ਤੇ ਸਰ ਤੋਂ ਵੀ ਨਹੀਂ ਰਹਿ ਗਿਆ, ਤੇ ਸਾਡੇ ਸਾਹਮਣੇ ਇਹੋ ਜਿਹੇ ਬੱਚੇ, ਇਹੋ ਜਿਹੇ ਬਜ਼ੁਰਗ, ਤੇ ਇਹਨਾਂ ਨੂੰ ਫਿਰ ਬਾਅਦ ਫਿਰ ਦੌਰ ਆਇਆ ਹੁਣ ਥੋੜੀ ਦੇਰ ਪਹਿਲਾਂ ਕੋਵਿਡ ਦਾ, ਤੇ ਉਸ ਦੇ ਵਿੱਚ ਇਹਨਾਂ ਦੇ ਲਈ ਕੋਈ ਵਾਰਡ ਨਹੀਂ ਬਣਾਈ ਗਈ, ਇਹਨਾਂ ਦੇ ਲਈ ਕੋਈ ਹਸਪੀਟਲ ਨਹੀਂ ਹੈ ਨਾ। ਹੁਣ ਮੈਂ ਬੜਾ ਕੋਸ਼ਿਸ਼ ਕੀਤੀ ਜਾਣਨ ਦੀ ਵੀ ਸਾਡੇ ਦੇਸ਼ ਦਾ ਨਾਗਰਿਕ, ਸਾਡੀ ਸਟੇਟ ਦਾ ਨਾਗਰਿਕ ਜਿਹੜਾ ਮੈਂਟਲ ਇਲਨੈਸ ਤੋਂ ਪੀੜਤ ਹੈਗੀ, ਸਰੀਰ ਦੀ ਇਲਨੈਸ ਹੁੰਦੀ ਹੈ ਨਾ ਇਹ, ਤੇ ਮੈਂਟਲ ਇਲਨੈਸ ਵੀ ਤਾਂ ਹੁੰਦੀ ਹੈ, ਸਰੀਰ ਦੀ ਸਿਹਤ ਹੈ ਤੇ ਮਾਨਸਿਕ ਸਿਹਤ ਹੈ, ਵੀ ਮਾਨਸਿਕ ਸਿਹਤ ਤੋਂ ਜਿਨ੍ਹਾਂ ਦੀ ਪੀੜਤ ਹੈਗੇ ਉਹਨਾਂ ਨੂੰ ਕਰੋਨਾ ਦੌਰਾਨ ਇਹ ਸਹੂਲਤ ਕਿੱਦਾਂ ਮਿਲੂਗੀ? ਉਹਨਾਂ ਨਾਲ ਵਿਤਕਰਾ ਕਿਉਂ? ਤੇ ਜਿਹੜੇ ਵਿਚਾਰੇ ਮਾਨਸਿਕ ਪੱਖੋਂ ਕਮਜ਼ੋਰ ਉਹਨਾਂ ਨਾਲ ਵਿਤਕਰਾ ਕਿਉਂ? ਜਿਹੜੇ ਬਜ਼ੁਰਗ ਇਕੱਲੇ ਰਹਿ ਗਏ ਉਹਨਾਂ ਦੇ ਨਾਲ ਵਿਤਕਰਾ ਕਿਉਂ? ਤੇ ਉਹਦੇ ਲਈ ਫਿਰ ਸਾਨੂੰ ਹਸਪੀਟਲ ਸ਼ੁਰੂ ਕਰਨਾ ਪੈ ਗਿਆ। ਕੀਤਾ ਸੰਗਤ ਨੇ, ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਫਿਰ ਇਹਨਾਂ ਨੂੰ ਸੰਭਾਲਣ ਦੇ ਲਈ, ਕਿਉਂਕਿ ਹਸਪੀਟਲ ਦੇ ਦਰਵਾਜ਼ੇ ਬੰਦ ਹੋ ਗਏ, ਕਰੋਨਾ ਨੇ ਅਟੈਕ ਕਰ ਦਿੱਤਾ, ਤੇ ਉਹਦੇ ਵਿੱਚ ਜਿਹਨੂੰ ਵੀ ਕੋਈ ਕਿਡਨੀ ਦੀ ਪ੍ਰੋਬਲਮ ਹੈ, ਲੀਵਰ ਦੀ ਪ੍ਰੋਬਲਮ ਹੈ, ਹਾਰਟ ਦੀ ਪ੍ਰੋਬਲਮ ਹੈ, ਜਿਨ੍ਹਾਂ ਦੇ ਕੋਈ ਸ਼ੂਗਰ ਦੇ ਲੈਵਲ ਨਹੀਂ ਮੇਨਟੇਨ ਹੋ ਰਹੇ, ਅਲੱਗ-ਅਲੱਗ ਬਿਮਾਰੀਆਂ ਤੋਂ ਪੀੜਤ, ਫ੍ਰੈਕਚਰ, ਅਲੱਗ-ਅਲੱਗ ਤਰ੍ਹਾਂ ਦੇ ਕੰਪਾਊਂਡ ਫ੍ਰੈਕਚਰ, ਉਹਨਾਂ ਨੂੰ ਹਸਪੀਟਲਾਂ ਦੇ ਵਿੱਚ ਫਿਰ ਬਿਲਕੁਲ ਕਹਿੰਦੇ OT ਕੀ OPD ਕੀ ਉਹਨਾਂ ਲਈ ਬੰਦ ਹੋ ਗਈ ਹੈ। ਤੇ ਉਹ ਬਿਮਾਰੀ ਜਿਹੜੀ ਹੈਗੀ ਆ ਉਹ ਤਾਂ ਵੇਟ ਨਹੀਂ ਕਰਦੀ, ਉਹ ਸੀਰੀਅਸ ਹੋਣ ਲੱਗੇ, ਤੇ ਹਸਪੀਟਲ ਸਾਨੂੰ ਸ਼ੁਰੂ ਕਰਨਾ ਪੈ ਗਿਆ, ਜਿਹਦੇ ਵਿੱਚ ਫਿਰ ਕਹ ਲਓ ਕਾਫੀ ਕਰੋੜਾਂ ਦਾ ਖਰਚਾ, ਤੇ ਚਲੋ ਉਹਦੇ ਵਿੱਚ ਫਿਰ ਬੜੀਆਂ ਦੇਣਦਾਰੀਆਂ ਵੀ ਸਾਹਮਣੇ ਆਈਆਂ, ਪਰ ਨਾਗਰਿਕਾਂ ਦੀ ਜਾਨ ਬਚਾਉਣ ਲਈ ਆਕਸੀਜਨ ਦੀ ਮੁਸ਼ਕਲ ਆਈ, ਆਕਸੀਜਨ ਕੰਸਨਟਰੇਟਰ ਸੰਗਤ ਦੇ ਸਹਿਯੋਗ ਨਾਲ ਬਹੁਤ ਕੁਝ ਹੋਇਆ। ਤੇ ਉਹਦੇ ਵਿੱਚ ਮਤਲਬ ਕੁਝ ਜਿਹੜੇ ਬਿੱਲ ਸਾਨੂੰ ਆਏ ਆ ਉਹਦੇ ਵਿੱਚ ਬੜੀਆਂ ਊਣਤਾਈਆਂ 2 ਬ੍ਰਾਂਚਾਂ ਦੇ ਬਿੱਲਾਂ ਦੇ ਵਿੱਚ, ਜਿਹਦੇ ਵਿੱਚ ਲਗਭਗ 400 ਦੇ ਕਰੀਬ ਪੀੜਤ ਨਾਗਰਿਕ ਰਹਿ ਰਿਹਾ। ਉਹਦੀ ਸੱਚਾਈ ਨੂੰ ਸਮਝਣ ਤੋਂ ਬਿਨਾਂ ਹੁਣ ਇਸ ਵੇਲੇ ਇਹਨਾਂ ਨੇ ਇਹ ਨਾਗਰਿਕ ਜਿਨ੍ਹਾਂ ਨੂੰ ਭੇਜਣ ਵਾਲੀ ਸਰਕਾਰ ਇਹ ਹੈਗੀ ਹੈ, ਤੁਸੀਂ ਦੇਖ ਸਕਦੇ ਹੋ ਕਿ ਭੇਜੇ ਕਿਹਨੇ ਇਹ ਨਾਗਰਿਕ? ਐਮਐਲਏ ਬਲਾਚੌਰ ਸ਼ਹੀਦ ਭਗਤ ਸਿੰਘ ਨੇ, ਉਹਨੇ ਆਪਣੇ ਵੱਲੋਂ ਰეკਮੈਂਡੇਸ਼ਨ ਦੇ ਕੇ ਪ੍ਰਭ ਆਸਰਾ ਲਈ ਭੇਜਿਆ, ਜ਼ਿੰਮੇਵਾਰੀ ਸੀ ਸਰਕਾਰ ਦੀ ਸਾਂਭਣਾ। ਕਿੱਥੋਂ ਭੇਜਿਆ? ਮਤਲਬ ਠੀਕ ਹੈ, SBS ਨਗਰ। ਜਿੱਥੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਇੰਪਲੀਮੈਂਟ ਕਰਨ ਦੇ ਲਈ ਕਸਮਾਂ ਖਾਧੀਆਂ ਗਈਆਂ ਹੈ ਨਾ, ਜਿਹੜੇ ਮਰਜ਼ੀ ਨੂੰ ਤੁਸੀਂ ਦੇਖ ਲੋਗੇ। ਐਮਐਲਏ ਖੰਨਾ ਦੀ ਚਿੱਠੀ ਹੈ ਜੀ ਪ੍ਰਭ ਆਸਰਾ ਸੰਸਥਾ ਲਈ। ਠੀਕ ਹੈ, ਕੌਣ ਭੇਜ ਰਹੀ? ਸਰਕਾਰ। ਇਹਨਾਂ ਦੀ ਸੰਭਾਲ, ਇਹਨਾਂ ਦੀ ਇਲਾਜ, ਇਹਨਾਂ ਦਾ ਪੁਨਰਵਾਸ, ਅਲੱਗ-ਅਲੱਗ ਡਿਪਾਰਟਮੈਂਟ, ਅਲੱਗ-ਅਲੱਗ ਜਿਨ੍ਹਾਂ ਨੂੰ ਕੋਈ ਸਬ ਡਿਵੀਜ਼ਨਲ ਮੈਜਿਸਟਰੇਟ ਭੇਜ ਰਿਹਾ, ਚਾਈਲਡ ਵੈਲਫੇਅਰ ਕਮੇਟੀ ਭੇਜ ਰਹੀ ਹੈ, ਲਗਾਤਾਰ ਭੇਜ ਰਹੇ ਹੈਗੇ ਕਿ ਸਾਡੇ ਤੋਂ ਸੰਭਾਲ ਨਹੀਂ ਹੋ ਰਹੀ। ਪ੍ਰਭ ਆਸਰਾ ਜਿਨ੍ਹਾਂ ਨੂੰ ਦਾਖਲ ਕਰ ਲਓ, ਤੇ ਨਾਲ ਇਹ ਵੀ ਲਿਖ ਕੇ ਦੇ ਰਹੀ ਹੈ ਕਿ ਸਾਨੂੰ ਪਤਾ ਹੈ ਕਿ ਪ੍ਰਭ ਆਸਰਾ ਦੇ ਵਿੱਚ ਅਜੇ ਬਿਲਡਿੰਗ ਜਿਹੜੀ ਹੈਗੀ ਹੈ ਉਹਦੇ ਵਿੱਚ ਅਜੇ ਪਹਿਲੀ ਵਿੱਚ ਕਪੈਸਿਟੀ ਨਹੀਂ ਹੈਗੀ। ਮੰਨ ਰਹੇ ਨੇ ਆਪ ਉਹ ਇਹ ਗੱਲ। ਮੈਂ ਉਹਨਾਂ ਨੂੰ ਕਿਹਾ ਤੁਹਾਨੂੰ ਪਤਾ ਹੈ ਵੀ ਜਿੱਥੇ 50 ਬੈੱਡ ਲਾਏ ਇੱਕ ਸਾਈਡ ਤੇ ਬੱਚਿਆਂ ਲਈ, ਤੇ ਉੱਥੇ ਵਾਕਈ ਬੱਚੇ 90 ਦੇ ਕਰੀਬ ਹੈਗੇ ਹੈ। ਕਹਿੰਦੇ ਸਾਨੂੰ ਪਤਾ ਹੈ ਕਿ ਵਾਕਈ ਹੀ ਬਹੁਤ ਜ਼ਿਆਦਾ ਪ੍ਰਭ ਆਸਰਾ ਦੇ ਵਿੱਚ ਨਾਗਰਿਕ ਹੈ, ਪਰ ਸਾਡੇ ਕੋਲ ਕੋਈ ਇੰਤਜ਼ਾਮ ਨਹੀਂ ਹੈ, ਇਸ ਕਰਕੇ ਇਹਨਾਂ ਬੱਚਿਆਂ ਨੂੰ ਤੁਸੀਂ ਰੱਖ ਲਓ। ਇਹ ਸਾਡੇ ਕੋਲ ਦਾਖਲ ਹੋ ਰਹੀਆਂ ਜੀ, ਇਸ ਹਫ਼ਤੇ ਦੇ ਵੀ ਤੁਸੀਂ ਕੇਸ ਦੇਖੋਗੇ ਸਰਕਾਰ ਵੱਲੋਂ ਦਾਖਲ ਹੋਏ। ਤੇ ਇਸ ਕਰਕੇ ਮਤਲਬ ਜਿਹੜਾ ਐਕਟ ਬਣਿਆ ਉਹ ਬਣਿਆ ਮਤਲਬ ਅੱਜ ਤੋਂ 35 ਸਾਲ ਪਹਿਲਾਂ 1987 ਦੇ ਵਿੱਚ, ਤੇ ਉਸ ਦੇ ਲਈ ਕੋਈ ਐਂਬੂਲੈਂਸ ਜਿਹੜੀ ਹੈਗੀ ਹੈ ਉਹ ਯਕੀਨੀ ਨਹੀਂ ਬਣਾਇਆ ਗਿਆ ਕਿ ਉਹ ਚੱਕੇਗੀ, ਕੋਠੀ ਚੋਂ ਕੱਢੇਗੀ, ਤੇ ਕੋਈ ਐਸੀ ਏਜੰਸੀ ਨਹੀਂ ਬਣਾਈ ਜਿਹੜੀ ਉਹਦਾ ਚਾਰਜ ਲਏਗੀ ਕਿ ਉਹ ਰੁਲੇਗਾ ਨਹੀਂ ਹੁਣ ਸੜਕ ਦੇ ਉੱਤੇ, ਉਹਨੂੰ ਠੀਕ ਹੋਣ ਦਾ ਮੌਕਾ ਮਿਲੇਗਾ, ਵੀ ਹਸਪੀਟਲ ਡਿਨਾਈ ਨਹੀਂ ਕਰੇਗਾ, ਰਿਫਿਊਜ਼ ਨਹੀਂ ਕਰੇਗਾ, ਇਨਕਾਰ ਨਹੀਂ ਕਰੇਗਾ। ਕੋਈ ਇਹੋ ਜਿਹਾ ਮਤਲਬ ਪ੍ਰਬੰਧ ਜਿਹੜਾ ਹੈਗਾ ਇਹਨਾਂ ਨੇ ਨਹੀਂ ਬਣਾਇਆ, ਜਿਸ ਕਰਕੇ ਮਤਲਬ ਨਾਗਰਿਕ ਕੀ ਹੋ ਗਏ,
ਜਾਂ ਤਾਂ ਉਹ ਸੜਕਾਂ ਤੇ ਰੋਣ ਲੱਗ ਗਏ, ਸੀਰੀਅਸ ਹੋਣ ਲੱਗ ਗਏ, ਮੌਤ ਦੇ ਮੂੰਹ 'ਚ ਪੈਣ ਲੱਗ ਗਏ, ਜਾਂ ਘਰ ਦੇ ਵਿੱਚ ਤੜਫ ਕੇ ਜ਼ਿੰਦਗੀ ਮੌਤ ਦੀ ਲੜਾਈ ਲੜਨ ਲੱਗ ਗਏ। ਤੇ ਇਸ ਦੇ ਵਿੱਚ ਸਰਕਾਰ ਦੀਆਂ ਤਾਂ ਜ਼ਿੰਮੇਵਾਰੀਆਂ ਤੁਹਾਨੂੰ ਪਤਾ ਸੰਵਿਧਾਨਿਕ ਕਿਉਂਕਿ ਵਿਭਾਗ ਤਾਂ ਬਣਾਏ ਹੋਏ ਹੈ, ਐਕਟ ਕਾਨੂੰਨ ਬਣਾਏ ਹੋਏ ਹੈ, ਨੀਤੀ ਬਣੀ ਹੋਈ ਹੈ। ਮਸਲਾ ਸੀ ਨੀਅਤ ਦਾ ਵੀ ਇਹਦੇ ਵਿੱਚ ਹੁਣ ਇਹਨਾਂ ਨੂੰ ਹੈਲਪ ਹੋ ਸਕੇ। ਮੈਂ ਫਿਰ ਇਹ ਬੇਨਤੀ ਕਰਦਾ ਵੀ ਇਹ ਨਾਗਰਿਕ ਜਿਹੜੇ ਹੈਗੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ, ਉਹਨਾਂ ਦੇ ਉੱਤੇ ਸ਼ਰਤ ਕਿਸ ਚੀਜ਼ ਦੀ ਹੈ? ਸ਼ਰਤ ਲਾਈ ਜਾਂ ਬਿਲਡਿੰਗ ਬਣਾਈ, ਬਿਲਡਿੰਗਾਂ ਬਣਾਉਣੀਆਂ, ਕਿਉਂਕਿ ਇਹ ਕਹਿੰਦੇ ਰੱਖੋ ਸਾਡੇ ਕੋਲ ਇੰਤਜ਼ਾਮ ਨਹੀਂ ਹੈਗਾ। ਹੁਣ ਬਿਲਡਿੰਗ ਤਾਂ ਐਕਸਟੈਂਡ ਕਰਨੀ ਪੈਣੀ ਹੈ, ਕਹਿੰਦੇ ਉਹਦੀ ਕੰਸਟਰਕਸ਼ਨ ਫੀਸ ਦਿਓ, ਉਹਦੇ ਡਿਵੈਲਪਮੈਂਟ ਚਾਰजेस ਦਿਓ, ਕਮਰਸ਼ੀਅਲ ਅਦਾਰੇ ਵਾਲੀਆਂ ਸ਼ਰਤਾਂ ਲਾ ਕੇ। ਮਤਲਬ ਇਹ ਸਮਝ ਨਹੀਂ ਲੱਗ ਰਹੀ ਵੀ ਇਹ ਮਤਲਬ ਇਹ ਅਦਾਰੇ ਜਿਹੜੇ ਹੈਗੇ ਆ, ਜਦ ਤੁਸੀਂ ਕਹਿੰਦੇ ਸਰਕਾਰ ਤੋਂ ਡਿਊਟੀ ਨਹੀਂ ਹੋ ਰਹੀ ਤੁਸੀਂ ਕਰੋ, ਤੇ ਜਿਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਹੈ। ਮੇਰੇ ਕੋਲ ਫੋਨ ਆਉਂਦੇ ਆ, ਅਸੀਂ ਹੈਲਪਲਾਈਨ ਜਿਹੜੀ ਇਹਦੇ ਉੱਤੇ ਇੱਕ ਹੈਲਪਲਾਈਨ ਹੀ ਬਣਿਆ ਪਿਆ ਮੇਰਾ ਫੋਨ, ਜਿਹਦੇ ਵਿੱਚ ਫਲਾਣੀ ਜਗ੍ਹਾ ਕੀੜੇ ਪਏ। ਇਸ ਵੇਲੇ ਵੀ ਮੋਹਾਲੀ ਦੀਆਂ ਸੜਕਾਂ ਦੇ ਉੱਤੇ ਗੱਡੀ ਘੁਮਾਵਾਂਗੇ ਨਾ, ਤੇ ਕਿੰਨੇ ਲੋਕ ਆ ਵਿਚਾਰੇ ਜਿਨ੍ਹਾਂ ਨੂੰ ਕਿ ਹੈਲਪਲਾਈਨ ਇਹ ਮੇਕ ਸ਼ੋਰ ਨਹੀਂ ਕਰ ਰਹੀ ਕਿ ਚੱਕ ਕੇ ਹਸਪਤਾਲ ਜਾਣਾ ਜਾਂ ਹਸਪਤਾਲ ਰਿਸੀਵ ਨਹੀਂ ਕਰ ਰਿਹਾ। ਤੇ ਇਹਦੇ ਲਈ ਤਾਂ ਕੋਈ 6 ਮਹੀਨੇ ਹੀ ਕਹਿ ਲਓ ਜਾਂ 2 ਸਾਲ ਦਾ ਕੋਈ ਵਕਤ ਨਹੀਂ ਚਾਹੀਦਾ। CM ਸਾਹਿਬ ਤੁਸੀਂ ਇੱਕ ਆਰਡਰ ਪਾਸ ਕਰ ਸਕਦੇ ਹੋ ਕਿ ਹਸਪੀਟਲ ਦੇ ਵਿੱਚ ਜਿਹੜਾ ਕੋਈ ਡਾਕਟਰ ਉਹਨਾਂ ਨੂੰ ਰਿਸੀਵ ਕਰਨ ਤੋਂ ਐਜ਼ ਪਰ ਐਕਟ ਉਹਦੀ ਧਾਰਾ ਜਿਹੜੀ ਹੈ ਨਾ, ਮੈਂਟਲ ਹੈਲਥ ਕੇਅਰ ਐਕਟ 2017 ਦੀ ਧਾਰਾ ਜਿਹੜੀ ਹੈਗੀ ਹੈ 100 ਦੇ ਸਬਸੈਕਸ਼ਨ 1 2 3 ਪੜੋਗੇ, ਬੜਾ ਕਲੀਅਰ ਹੈ ਕਿ ਪੁਲਿਸ ਨੇ ਤੁਰੰਤ ਉਹਨੂੰ ਆਪਣੀ ਕਸਟਡੀ 'ਚ ਉਹਦੇ 'ਚ ਸੇਫਟੀ 'ਚ ਲੈਣਾ, ਤੇ ਹਸਪੀਟਲ ਨੇ ਬਿਨਾਂ ਸ਼ਰਤ ਉਹਦੀ ਅਸੈਸਮੈਂਟ ਤੇ ਟ੍ਰੀਟਮੈਂਟ ਤੇ ਪਾਉਣਾ, ਮੈਜਿਸਟ੍ਰੇਟ ਨੇ ਉਹਦੇ ਲਈ ਪ੍ਰਬੰਧ ਕਰਨਾ। ਇਹ ਚੀਜ਼ਾਂ ਕਾਨੂੰਨ ਦੇ ਮੁਤਾਬਕ, ਨੀਤੀਆਂ ਦੇ ਮੁਤਾਬਕ ਤਾਂ ਬਹੁਤ ਵਧੀਆ ਹੈਗੀਆਂ ਬਣੀਆਂ ਹੋਈਆਂ, ਪਰ ਇਹ ਚੀਜ਼ਾਂ ਨੂੰ ਕੁੱਲ ਮਿਲਾ ਕੇ ਫਿਰ ਪ੍ਰਭ ਆਸਰਾ ਸੰਸਥਾ ਜਦੋਂ ਇਹਦੇ ਕੋਲ ਸ਼ਿਫਟ ਕਰ ਦਿੱਤੀਆਂ ਜਾਂਦੀਆਂ, ਉੱਪਰੋਂ ਸ਼ਰਤ ਲਾ ਦਿੱਤੀ ਜਾਂਦੀ ਹੈ ਕਿ ਤੁਰੰਤ ਇਹਦਾ ਜਿਹੜਾ ਅਸੀਂ ਕਹਿ ਰਹੇ ਸੀ ਸੱਚਾਈ ਨੂੰ ਸਮਝੋ ਇਸ ਦੀ ਬਿੱਲ ਦੀ, ਤੇ ਇਹ ਬਿੱਲ ਕਿਹਦੇ ਉੱਤੇ ਖਰਚਿਆ ਗਿਆ ਹੈ, ਬਿਜਲੀ ਕਿਹਦੇ ਉੱਤੇ ਖਰਚੀ ਜਾ ਰਹੀ ਹੈ, ਇਹ ਕੱਪੜੇ ਧੋਣੇ ਕਿਹਦੇ ਕੱਪੜੇ ਧੋਤੇ ਜਾ ਰਹੇ ਹੈ, ਕਮਰਸ਼ੀਅਲ ਮਸ਼ੀਨਾਂ ਕਿਹਦੇ ਲਈ ਲਾਈਆਂ ਗਈਆਂ ਹੈ, ਇਹ ਡਾਕਟਰ, ਨਰਸਿੰਗ ਸਟਾਫ, ਪੈਰਾਮੈਡੀਕਲ ਸਟਾਫ, ਐਂਬੂਲੈਂਸਾਂ, ਡਰਾਈਵਰ, ਸੇਵਾਦਾਰ, ਲੰਗਰ, ਇਹ ਸਾਰੇ ਸੇਵਾਦਾਰ ਜਿਹੜੇ ਲੱਗੇ ਹੋਏ ਆ ਕਿਹਦੇ ਲਈ ਲਾਏ ਜਾ ਰਹੇ ਆ? ਇਹਨਾਂ ਲਈ ਲਾਏ ਜਾ ਰਹੇ ਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸਾਡੇ ਕੋਲ ਸੰਭਾਲਣ ਦਾ ਇੰਤਜ਼ਾਮ ਨਹੀਂ। ਵੀ ਇਹ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਚੱਕ ਕੇ ਇਹਨਾਂ ਦੇ ਕਨੈਕਸ਼ਨ ਕੱਢ ਦਿੱਤੇ। ਇੱਕ ਪਾਸੇ ਕੇਜਰੀਵਾਲ ਸਾਹਿਬ ਤੁਸੀਂ ਗਰੀਬਾਂ ਦੇ ਕਨੈਕਸ਼ਨ ਜੋੜਦੇ ਹੋ, ਗਰੀਬਾਂ ਦੇ, ਤੇ ਇਹਨਾਂ ਲਾਚਾਰਾਂ ਦੇ ਕਨੈਕਸ਼ਨ ਕੱਟ ਕੇ ਕਿਹੜੇ ਸੰਵਿਧਾਨ ਦੀ ਪਾਲਣਾ ਕਰਦੇ ਹੋ? ਇਹਨਾਂ ਦੇ ਨਾਲ ਇਕੁਐਲਿਟੀ ਦੇ ਆਧਾਰ ਤੇ ਜਸਟਿਸ ਇਹਨਾਂ ਨੂੰ ਕਦੋਂ ਮਿਲੂਗਾ? ਇਹ ਪੁਕਾਰ ਲੈ ਕੇ ਅਸੀਂ ਤੁਹਾਡੇ ਥਰੂ ਹੁਣ ਆਏ ਆ ਵੀ ਇਹਨਾਂ ਦੀ ਅੱਜ ਅਸੀਂ ਸਰਕਾਰ ਨੂੰ ਪੁਕਾਰ ਕਰਦੇ ਆ। ਬਣ ਚੁੱਕੀ ਇਹਨਾਂ ਮਾਨਸਿਕ ਰੋਗਾਂ ਤੋਂ ਪੀੜਤ, ਮਾਨਸਿਕ ਕਮਜ਼ੋਰ ਤੇ ਬੇਬਸ ਲਾਚਾਰ ਬਜ਼ੁਰਗਾਂ ਦੀ ਹਾਲਤ ਦਾ ਅੱਜ ਸਰਕਾਰ ਨੂੰ ਇਜ਼ਹਾਰ ਕਰਦੇ ਆ। ਇਹ ਵੀ ਪੰਜਾਬ ਦੇ ਵਸਿੰਦੇ ਹੈ, ਨਾਗਰਿਕ ਹੈ, ਇਸ ਲਈ ਤੁਹਾਨੂੰ ਫਰਿਆਦ ਕਰਦੇ ਆ ਵੀ ਇਹਨਾਂ ਨੂੰ ਵੀ ਪੁਨਰਵਾਸ। ਇਹਨਾਂ ਨੇ ਆਧਾਰ ਕੀ ਬਣਾਇਆ? ਤੁਹਾਨੂੰ ਕੀ ਆਧਾਰ ਬਣਾਇਆ ਕਿ ਤੁਸੀਂ ਉੱਥੇ ਕਮਰਸ਼ੀਅਲ ਕੰਮ ਰਨ ਕਰਦੇ ਹੋ? ਬਿਲਡਿੰਗਾਂ ਕਮਰਸ਼ੀਅਲ ਨੇ, ਇਹ ਆਧਾਰ ਬਣਾ ਕੇ ਕਨੈਕਸ਼ਨ ਕੱਟੇ ਦੇ ਵੀ ਨਹੀਂ ਕੱਟੇ ਗਏ। ਕਿੰਨੀਆਂ ਮਤਲਬ ਇੰਨੇ ਹਸਪੀਟਲ ਹੈ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਨਹੀਂ ਭਰੇ ਗਏ, ਕਿੰਨੇ ਥਾਣੇ ਹੈਗੇ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਨਹੀਂ ਭਰੇ ਗਏ। ਤੇ ਪ੍ਰਭ ਆਸਰਾ ਜਿਹੜਾ ਹੈਗਾ ਜਿਹਦੇ ਵਿੱਚ ਤੁਸੀਂ ਕਹਿੰਦੇ ਆ ਵੀ ਸਾਤੋਂ ਸੰਭਾਲ ਨਹੀਂ ਹੁੰਦਾ, ਇਹਨੂੰ ਰੱਖ ਲਓ, ਉਹਦੇ ਉੱਤੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ, ਐਡੀ ਵੱਡੀ ਸ਼ਰਤ ਲਾ ਕੇ ਤੁਸੀਂ ਇੱਕ ਪਾਸੇ ਕਹਿੰਦੇ ਅਸੀਂ 200 ਯੂਨਿਟ ਦੇਵਾਂਗੇ, ਕਦੇ ਕਹਿੰਦੇ 300 ਯੂਨਿਟ ਫ੍ਰੀ ਦੇਵਾਂਗੇ ਗਰੀਬਾਂ ਨੂੰ। ਤੇ ਇਹ ਗਰੀਬ ਜਿਹੜੇ ਹੈਗੇ ਆ ਇਹ ਕਿਸ ਕੈਟਾਗਰੀ 'ਚ ਪਾਏ ਆ ਤੁਸੀਂ? ਇੰਨੀ ਵੱਡੀ ਗਿਣਤੀ ਹੈ, ਲੱਖਾਂ ਦੀ ਗਿਣਤੀ ਹੈ। ਆਪਣੇ ਕੋਲ ਇੰਡੀਆ 'ਚ ਨਹੀਂ ਪ੍ਰਬੰਧ ਹੈਗਾ, ਪੰਜਾਬ ਦੇ ਵਿੱਚ ਤਾਂ ਮਤਲਬ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਹੋਮ ਬਣੇ ਹੋਏ ਆ ਨਾ, ਵੀ ਸਰਕਾਰ ਨੂੰ ਬੇਨਤੀ ਕਰਦਾ ਕਮੇਟੀ ਬਣਾ ਕੇ ਤੁਰੰਤ ਚੈੱਕ ਕੀਤਾ ਜਾਵੇ। ਇੰਟੈਲੈਕਚੁਅਲ ਡਿਸੇਬਿਲਿਟੀ ਤੋਂ ਪੀੜਤ ਬਹੁਤ ਸਾਰੇ ਬੱਚੇ, ਮਾਨਸਿਕ ਰੋਗਾਂ ਤੋਂ ਪੀੜਤ ਬਹੁਤ ਸਾਰੇ ਬੱਚੇ ਹੁਣ ਮਾਂ-ਬਾਪ ਸਿਰ ਤੇ ਨਹੀਂ ਰਹੇ, ਬਜ਼ੁਰਗ ਹੋ ਗਏ ਜਾਂ ਲਾਚਾਰ ਹੋ ਗਏ, ਉਹਨਾਂ ਬੱਚਿਆਂ ਦੀ ਜ਼ਿੰਮੇਵਾਰੀ ਹੁਣ ਕਿਹਦੀ ਹੈ? ਇਹ ਬਹੁਤ ਵੱਡਾ ਸਵਾਲ ਹੈਗਾ ਕਿ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਹੁਣ ਕਿਹਨੇ ਕਰਨੀ ਹੈ, ਇਹਨਾਂ ਦੀ ਸੇਫਟੀ ਨੂੰ ਯਕੀਨੀ ਕਿਹਨੇ ਬਣਾਉਣਾ ਹੈ? ਇਸ ਕਰਕੇ ਤੁਰੰਤ ਇਸ ਨੂੰ ਪਹਿਲੀ ਗੱਲ ਤਾਂ ਇਹ ਸੰਸਥਾਵਾਂ ਜਿਹੜੀਆਂ ਇਸ ਤਰ੍ਹਾਂ ਹੈ ਤੇ ਇਹ ਕਨੈਕਸ਼ਨ ਜਿਹੜਾ 2 ਬ੍ਰਾਂਚਾਂ ਦਾ, ਜਿਹਦੇ ਕਰਕੇ ਕਿਸੇ ਵੀ ਵੇਲੇ ਕੋਈ ਵੀ ਘਟਨਾ ਜਨਮ ਲੈ ਸਕਦੀ ਹੈ, ਤੇ ਇਹਨਾਂ ਦਾ ਕਨੈਕਸ਼ਨ ਬਿਨਾਂ ਸ਼ਰਤ ਤੁਰੰਤ ਲਾਗੂ ਕੀਤਾ ਜਾਵੇ। ਨਹੀਂ ਸੰਸਥਾ ਦੇ ਵਿੱਚ ਜਿਹੜੀ ਪਬਲਿਕ ਪਹੁੰਚ ਰਹੀ ਹੈ ਉਹਦੇ ਮਨ ਦੇ ਵਿੱਚ ਇੰਨਾ ਰੋਸ ਹੈ, ਉਹ ਸੜਕਾਂ ਤੇ ਉਤਰਨ ਲਈ ਤਿਆਰ ਹੋਈ ਹੈ। ਤੇ ਫਿਰ ਮੈਂ ਕਿਹਾ ਜੇ ਸਾਡੇ ਜਨਰੇਟਰ ਫੇਲ ਹੋ ਗਏ ਨਾ, ਜਾਨ ਬਚਾਉਣ ਦੇ ਲਈ, ਸਾਨੂੰ ਜਾਨ ਬਚਾਉਣ ਦੇ ਲਈ ਸੰਵਿਧਾਨ ਦੀ ਪਾਲਣਾ ਕਰਦੇ ਆ, ਪਰ ਜਾਨ ਬਚਾਉਣ ਲਈ ਸਾਨੂੰ ਤਾਰ ਜੋੜਨੀ ਪੈ ਸਕਦੀ, ਕੁੰਡੀ ਲਾਉਣੀ ਪੈ ਸਕਦੀ ਹੈ। ਉਹ ਵੀ ਡੈਮੇਜ ਕਰ ਗਏ ਕਿ ਉਹ ਰਸਤਾ ਕੱਟ ਹੀ ਦਿੱਤਾ ਹੈ, ਟੋਟਲੀ ਟਰਾਂਸਫਾਰਮਰ ਦੇ ਉੱਤੇ ਉਹ ਚੀਜ਼ ਨੂੰ ਬੁਰੀ ਤਰ੍ਹਾਂ ਡੈਮੇਜ ਕਰ ਗਏ। ਇਹਨਾਂ ਨਾਗਰਿਕਾਂ ਦੇ ਨਾਲ ਇੰਨਾ ਧੱਕਾ, ਜਿਨ੍ਹਾਂ ਨੂੰ ਤੁਸੀਂ ਬਾਰ-ਬਾਰ ਪ੍ਰਭ ਆਸਰਾ ਦੇ ਵਿੱਚ ਵੀ ਲਿਆਉਂਦੇ ਹੋ, ਹੋਰ ਸੰਸਥਾਵਾਂ ਦੇ ਵਿੱਚ ਵੀ ਲਿਜਾਂਦੇ ਹੋਵੋਗੇ, ਤੇ ਜਿਨ੍ਹਾਂ ਲਈ ਅਰੇਂਜਮੈਂਟ ਮੈਂ ਫੇਰ ਕਹਿ ਰਿਹਾ ਜਿਨ੍ਹਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ, ਤੇ ਉਹਨਾਂ ਲਈ ਸਾਡੇ ਕੋਲ ਪੰਜਾਬ ਦੇ ਵਿੱਚ 100 ਵੀ ਬੰਦਾ ਜਿਹੜਾ ਨਹੀਂ ਹੋਣਾ ਇਹਨਾਂ ਕੋਲੋਂ ਸੰਭਾਲ, ਇੰਨੇ ਲੱਖ ਲੋਕ
ਜਿਨ੍ਹਾਂ ਲਈ ਹੈਲਪਲਾਈਨ ਜਿਹੜੀ ਅਸੀਂ ਚਾਹੁੰਦੇ ਸੀ ਵੀ ਜਲਦੀ ਕਰਕੇ ਸ਼ੈੱਡ ਪਾ ਕੇ ਉਹਨਾਂ ਨੂੰ ਸੰਭਾਲੀਏ, ਵੀ ਉਹ ਸੜਕਾਂ ਤੇ ਰੁਲ ਰਹੇ ਹੈ ਜਾਂ ਬਜ਼ੁਰਗ ਜਿਹੜੇ ਹੈਗੇ ਜਿਹੜੇ ਆਪ ਹੀ ਅੱਜ ਬੈੱਡ ਦੇ ਉੱਤੇ ਪਏ ਆ ਨਾ ਸਾਡੇ ਕੋਲੇ, ਇਹ ਲਿਖ ਕੇ ਦਿੱਤਾ ਬਜ਼ੁਰਗਾਂ ਨੇ ਕਿ ਮੇਰੀ 80 ਸਾਲ ਦੀ ਉਮਰ ਹੋ ਗਈ, ਕੋਈ ਇਨਕਮ ਦਾ ਹੁਣ ਮੇਰੇ ਕੋਲ ਸਾਧਨ ਨਹੀਂ, ਰੋਜ਼ ਕਮਾਉਂਦੇ ਸੀ ਖਾਂਦੇ ਸੀ, ਘਰ 'ਚ ਹੋਰ ਕੋਈ ਨਹੀਂ, ਇਹ ਬੇਟਾ ਹੈ। ਉਹ ਫਿਰ ਪਬਲਿਕ ਚੱਕ ਕੇ ਉਹਨਾਂ ਨੂੰ ਐਮਐਲਏ ਕੋਲ ਲੈ ਗਈ ਤੇ ਐਮਐਲਏ ਕਹਿੰਦੇ ਇਹਨੂੰ ਪ੍ਰਭ ਆਸਰਾ ਲੈ ਜਾਓ, ਕਹਿੰਦਾ ਮੈਨੂੰ ਇਹੀ ਹੈ ਵੀ ਮੇਰੇ ਤੋਂ ਬਾਅਦ ਇਹਦਾ ਕੌਣ ਹੈ। ਇਹਨਾਂ ਦੀ ਗਿਣਤੀ ਲੱਖਾਂ ਵਿੱਚ ਹੈ। ਇੱਕ ਬੰਦਾ ਜਿਹੜਾ ਘਰ ਦੇ ਵਿੱਚ ਡਿਪਰੈਸ਼ਨ 'ਚ ਹੁੰਦਾ, 4 ਮੈਂਬਰ ਡਿਸਟਰਬ ਹੁੰਦੇ ਆ, ਬੱਚਿਆਂ ਦੀ ਪੜ੍ਹਾਈ ਲਿਖਾਈ ਸਾਰੀ ਡਿਸਟਰਬ ਹੁੰਦੀ ਹੈ। ਇਸ ਕਰਕੇ ਇਹ ਬਹੁਤ ਵੱਡੀ ਗਿਣਤੀ ਹੈ ਤੇ ਇਸ ਕਰਕੇ ਮਤਲਬ ਇਹਨਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤੇ ਇਹ ਜਿਹੜੇ ਇਸ ਤਰ੍ਹਾਂ ਦਾ ਮਤਲਬ ਇਹਨਾਂ ਨੇ ਇਹ ਕੰਮ ਕੀਤਾ ਹੈਗਾ ਤੇ ਤੁਰੰਤ ਜਿਹੜਾ ਹੈਗਾ ਇਹਨਾਂ ਦੀ ਜਾਨ ਕਿਸੇ ਵੇਲੇ ਵੀ ਕੋਈ ਵੀ ਕਿਸ ਤਰ੍ਹਾਂ ਦਾ ਕੋਈ ਰਿਸਕ ਘਟਨਾ ਵਾਪਰ ਸਕਦੀ ਹੈ, ਉਹਦੀ ਜ਼ਿੰਮੇਵਾਰੀ ਫਿਰ ਭੇਜੇ ਸਰਕਾਰ ਨੇ ਹੈ। ਇਹ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਡਿਊਟੀ ਹੈ ਕਿ ਨੀਤੀਆਂ ਮੁਤਾਬਕ ਸਰਕਾਰ ਨੇ ਕਰਨਾ, ਪਰ ਭੇਜਿਆ ਪ੍ਰਭ ਆਸਰਾ ਵਿੱਚ ਹੈ ਤੇ ਉਤੋਂ ਬਿਜਲੀ ਦਾ ਬਿੱਲ ਕੱਟ ਦਿੱਤਾ ਤੇ ਜ਼ਿੰਮੇਵਾਰੀ ਹੁਣ ਕਿਹਦੀ ਹੋਊਗੀ ਜੇ ਕੋਈ ਘਟਨਾ ਘਟ ਜਾਂਦੀ ਹੈ? ਇਹਦਾ ਜਵਾਬ ਤਾਂ ਹੁਣ ਸੀਐਮ ਸਾਹਿਬ ਹੀ ਦੇ ਸਕਦੇ। ਇਹ ਸਵਾਲ ਬਹੁਤ ਵੱਡਾ ਜਿਹੜਾ ਭਾਈ ਸਾਹਿਬ ਨੇ ਚੁੱਕਿਆ ਕਿ ਜੇਕਰ ਕਿਉਂਕਿ ਇਹਨਾਂ ਦੇ ਟ੍ਰੀਟਮੈਂਟ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਾਂ ਚੱਲਦੀਆਂ ਨੇ ਔਰ ਇਹਨਾਂ ਦੇ ਕੱਪੜੇ ਦਿਨ 'ਚ 4 ਵਾਰੀ ਬਦਲਣੇ ਪੈਂਦੇ ਆ। ਜੇਕਰ ਬਿਜਲੀ ਦਾ ਕਨੈਕਸ਼ਨ ਨਾ ਹੋਣ ਕਰਕੇ ਜਾਂ ਜਨਰੇਟਰ ਫੇਲ ਹੋ ਜਾਂਦੇ ਨੇ, ਜਦੋਂ ਸਾਰਾ ਦਿਨ ਜਨਰੇਟਰ ਚੱਲਣਾ, ਤਾਪਮਾਨ 47-48 ਡਿਗਰੀ ਤੱਕ ਪਹੁੰਚ ਰਿਹਾ ਇਸ ਵਕਤ ਪੰਜਾਬ ਦਾ, ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਜ਼ਿੰਮੇਵਾਰ ਸਿੱਧੇ ਤੌਰ ਦੇ ਉੱਤੇ ਪੰਜਾਬ ਸਰਕਾਰ ਹੋਏਗੀ। ਇਹ ਬਹੁਤ ਵੱਡੀ ਨਾ ਅਹਿਲੀਅਤ ਹੈ ਪੰਜਾਬ ਸਰਕਾਰ ਦੀ। ਔਰ ਜੇਕਰ ਕੱਲ੍ਹ ਨੂੰ ਇਹ ਨਾਗਰਿਕ ਸੜਕਾਂ ਤੇ ਉਤਰਦੇ ਨੇ ਤਾਂ ਫਿਰ ਸਰਕਾਰ ਦੇ ਸਾਹਮਣੇ ਸੰਕਟ ਬਹੁਤ ਡੂੰਘਾ ਤੇ ਗਹਿਰਾ ਹੋਣ ਵਾਲਾ ਹੈ। ਪ੍ਰਭ ਆਸਰਾ ਸੰਸਥਾ ਦੇ ਲਈ ਇਹ ਰਿਪੋਰਟ ਕਰਦਿਆਂ ਹੋਇਆਂ ਸਾਨੂੰ ਬੜਾ ਦੁੱਖ ਵੀ ਹੋ ਰਿਹਾ ਕਿ ਪੰਜਾਬ ਸਰਕਾਰ ਨੇ ਕਿਸ ਤਰੀਕੇ ਦਾ ਫੈਸਲਾ ਲਿਆ। ਆਪਣੇ ਕੈਮਰਾ ਸਹਿਯੋਗੀ ਪ੍ਰਦੀਪ ਸ਼ਰਮਾ ਦੇ ਨਾਲ ਪ੍ਰਿੰਸ ਭਾਰਦਵਾਜ, ਜਸ ਪੰਜਾਬੀ ਦੇ ਲਈ।